आप लिहो तुम कथा सुधारी। वाहिगुरु वाहिगुरु साहिब जियो दोहरा। सन्यासी भगवान गिर विचरियो देश विदेश। आवत भयो पंजाब मह जिसके भाग विशेष। वाहिगुरु जी का खालसा वाहिगुरु जी की फतेह। परम सन्मान जो गुरु खालसा साध संगत जी, ਸਮੂਹ ਗੁਰੂ ਕੀਆਂ ਪਿਆਰੀਆਂ ਸੰਗਤਾਂ, ਵੀਕਐਂਡ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤਾਂ ਨੇ ਬੜੇ ਪ੍ਰੇਮ ਨਾਲ ਸਰਵਣ ਕੀਤੇ। ਉਪਰੰਤ ਸੋਧਾ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ ਅਤੇ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਰਾੜਾ ਸਾਹਿਬ ਦੀਆਂ ਸੰਗਤਾਂ ਤਤ ਬੇਤੇ ਮਹਾਪੁਰਸ਼ ਬ੍ਰਹਮ ਗਿਆਨੀ, ਜਿਨ੍ਹਾਂ ਬਾਰੇ ਬਾਣੀ 'ਚ ਲਿਖਿਆ ਹੈ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਿਲਾਏ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭੇ ਹੋਏ ਹਨ ਔਰ ਕੱਲ੍ਹ ਐਤਵਾਰ ਵਾਲੇ ਦਿਨ ਸਵੇਰੇ 9 ਵਜੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ ਔਰ ਬਾਅਦ ਵਿੱਚ ਦੀਵਾਨ ਸਜਣਾ ਹੈ। ਸੰਤਾਂ ਮਹਾਂਪੁਰਸ਼ਾਂ ਦੀ ਵੱਡੀ ਕਮਾਈ, ਜਿਨ੍ਹਾਂ ਨੇ ਆਪ ਪਰਮੇਸ਼ਰ ਦਾ ਨਾਮ ਜਪਿਆ ਹੈ ਔਰ ਦੂਸਰਿਆਂ ਨੂੰ ਜਪਾਇਆ ਹੈ। ਰੋਜ਼ ਆਪਾਂ ਪੜ੍ਹਦੇ ਹਾਂ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਰਾੜੇ ਵਾਲੇ ਮਹਾਂਪੁਰਸ਼ਾਂ ਨੇ ਦੇਸਾਂ ਪ੍ਰਦੇਸਾਂ ਵਿੱਚ, ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਆਪਣੇ ਨਾਲ ਨਹੀਂ ਜੋੜਿਆ, ਬਲਕਿ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਸੋ ਸਾਧ ਸੰਗਤ ਜੀ, ਐਸੇ ਮਹਾਂਪੁਰਸ਼ਾਂ ਦੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਵਿੱਚ ਕੱਲ੍ਹ ਦੇ ਦੀਵਾਨਾਂ 'ਚ ਆਪ ਜੀ ਹਾਜ਼ਰੀਆਂ ਭਰੋਗੇ। ਗੁਰਬਾਣੀ ਦੀ ਕਥਾ, ਕੀਰਤਨ, ਹਰੀ ਜਸ, ਮਹਾਂਪੁਰਸ਼ਾਂ ਦੇ ਪ੍ਰਥਾਏ ਆਪਾਂ ਵਿਚਾਰ ਕਰਾਂਗੇ। ਹੁਣ ਜੋ ਲੜੀਵਾਰ ਕਥਾ ਚੱਲ ਰਹੀ 7ਵੇਂ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ, ਸਤਿਗੁਰੂ ਜੀ ਕੀਰਤਪੁਰ ਸਾਹਿਬ ਵਿੱਚ ਬਿਰਾਜਮਾਨ ਹਨ ਔਰ ਮਹਾਰਾਜ ਕੋਲ ਬੇਅੰਤ ਸੰਗਤਾਂ ਆਉਂਦੀਆਂ ਹਨ, ਲੱਖਾਂ ਸੰਗਤਾਂ ਆਉਂਦੀਆਂ ਹਨ ਔਰ ਜੋ ਕਿਸੇ ਦੇ ਮਨ ਦੀ ਮੁਰਾਦ ਹੁੰਦੀ ਹੈ ਪੂਰੀ ਹੁੰਦੀ ਹੈ। ਮਹਾਰਾਜ ਸਭ ਦੇ ਮਨ ਦੀਆਂ ਇੱਛਾ ਪੂਰੀਆਂ ਕਰਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਜੋ ਕੋਈ ਮੰਗਦਾ ਹੈ ਮਹਾਰਾਜ ਦੇ ਦਰ ਤੋਂ ਮਿਲਦਾ ਹੈ। ਤੇ ਗੁਰੂ ਸਾਹਿਬ ਜੀ ਦੀ ਬੜੀ ਵੱਡੀ ਮਹਿਮਾ ਦੇਸਾਂ ਪ੍ਰਦੇਸਾਂ 'ਚ ਦੂਰ ਦੂਰ ਤੱਕ ਪਸਰੀ ਹੋਈ ਹੈ। ਇੱਕ ਸੰਨਿਆਸੀ, ਜਿਹੜੇ ਸਾਧ ਸੰਗਤ ਜੀ ਸੰਨਿਆਸੀ ਸੰਪਰਦਾ ਦੇ ਸਾਧੂ ਹੁੰਦੇ, ਵਿਦਾਂਤੀ, ਸ਼ੰਕਰਾਚਾਰਿਆ ਜੀ ਤੋਂ ਇਹ ਮਰਜ਼ਾਦਾ ਚੱਲੀ ਹੈ। ਬਹੁਤ ਉੱਚੀ ਬੰਦਗੀ ਤਪੱਸਿਆ ਵਾਲੇ ਸਾਧੂ, ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਮਹਿਮਾ ਦਾ ਪਤਾ ਲੱਗਾ। ਉਹ ਵੀ ਗੁਰੂ ਘਰ ਵਿੱਚ ਕਿਵੇਂ ਆਏ, ਇਹ ਕਥਾ ਅੱਜ ਆਪਾਂ ਸਰਵਣ ਕਰ ਰਹੇ ਹਾਂ। ਉਦਾਸੀ ਸੰਪਰਦਾ ਦੇ ਜਿਹੜੇ 4 ਧੂਣੇ ਔਰ 6 ਬਖਸ਼ਿਸ਼ਾਂ ਹਨ,
ਉਹਨਾਂ ਵਿੱਚ ਇਹ ਮਹਾਂਪੁਰਸ਼ ਵੀ ਆਏ ਹਨ ਜਿਨ੍ਹਾਂ ਦੀ ਅੱਜ ਆਪਾਂ ਕਥਾ ਸੁਣਨੀ ਹੈ। ਸਿੱਖ ਇਤਿਹਾਸ ਸਾਧ ਸੰਗਤ ਜੀ, ਗੁਰੂ ਇਤਿਹਾਸ ਜਿਹੜਾ ਹੈ ਅੱਜ ਕੱਲ੍ਹ ਚੋਣਵਾਂ ਜਿਹਾ ਰਾਗੀ ਢਾਡੀ ਸਿੰਘ ਸੁਣਾਉਂਦੇ ਨੇ, ਉਹ ਵੀ ਸੰਗਤਾਂ ਨੂੰ ਯਾਦ ਕੋਈ ਨਹੀਂ ਰਿਹਾ। ਤੇ ਮੈਂ ਦੇਖ ਰਿਹਾ ਹਾਂ ਵੀ ਇਤਿਹਾਸ ਵੱਲੋਂ ਸਾਡੀਆਂ ਸੰਗਤਾਂ ਵੀ ਤੇ ਸਾਡੇ ਪ੍ਰਚਾਰਕ ਵੀ ਅਬੇਸਲੇ ਹੋ ਗਏ। ਤੇ ਜੇ ਆਪਣਾ ਇਤਿਹਾਸ ਹੀ ਭੁੱਲ ਜਾਓਗੇ, ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੌਣ ਹੋ, ਤੁਹਾਡੇ ਬਜ਼ੁਰਗ ਕੌਣ ਸਨ, ਗੁਰੂ ਕੌਣ ਸਨ, ਗੁਰੂਆਂ ਦੇ ਨਾਲ ਕਿਹੜੇ ਕਿਹੜੇ ਸਿੱਖ ਸਨ, ਕਿਹੜੇ ਕਿਹੜੇ ਬ੍ਰਹਮ ਗਿਆਨੀ ਸਨ, ਕਿਹੜੇ ਕਿਹੜੇ ਸੂਰਬੀਰ ਸਨ, ਕਿਹੜੇ ਦਾਨੀ ਸਨ, ਫਿਰ ਸਾਨੂੰ ਕੀ ਪਤਾ, ਫਿਰ ਅਸੀਂ ਕੁਝ ਵੀ ਨਹੀਂ। ਫਿਰ ਜਿਵੇਂ ਦੁਨੀਆ ਰੁਲਦੀ ਫਿਰਦੀ ਹੈ ਆਪਾਂ ਵੀ ਰੁਲ ਜਾਵਾਂਗੇ। ਸੋ ਇਹਨਾਂ ਮਹਾਂਪੁਰਸ਼ਾਂ ਦੀਆਂ ਕਥਾਵਾਂ ਸੁਣ ਕੇ ਪਤਾ ਲੱਗਦਾ ਵੀ ਸਾਡੇ ਗੁਰੂਆਂ ਨੇ ਕਿਹਨਾਂ ਲੋਕਾਂ ਦੇ ਜੀਵਨ ਬਦਲ ਦਿੱਤੇ, ਵਿਚਾਰ ਬਦਲ ਦਿੱਤੇ, ਉਹਨਾਂ ਦੇ ਅੰਦਰ ਰੂਹਾਨੀਅਤ ਦੀ ਜੋਤ ਜਗਾ ਦਿੱਤੀ। ਧੰਨ ਮੇਰੇ ਸਤਿਗੁਰੂ ਗਰੀਬ ਨਵਾਜ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਜੋੜੀਏ, ਕਥਾ ਦਾ ਆਨੰਦ ਮਾਣੀਏ। ਸਾਰੀ ਸੰਗਤ ਮਾਈ ਭਾਈ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੰਨਿਆਸੀ ਭਗਵਾਨ ਗਿਰ, ਵਿਚਰਿਓ ਦੇਸ਼ ਵਿਦੇਸ਼। ਸਾਧ ਸੰਗਤ ਜੀ, ਸੰਨਿਆਸੀਆਂ ਦੇ 10 ਪੰਥ ਹਨ, ਉਹਨਾਂ ਵਿੱਚੋਂ ਇੱਕ ਗਿਰੀ ਵੀ ਹੈ। ਗਿਰੀ ਸੰਪਰਦਾ ਦੇ ਵਿੱਚ ਇੱਕ ਸੰਨਿਆਸੀ ਸੀਗਾ ਜਿਹਦਾ ਨਾਂ ਭਗਵਾਨ ਗਿਰੀ ਸੀਗਾ। ਉਹ ਭਗਵਾਨ ਗਿਰੀ ਦੇਸਾਂ ਪ੍ਰਦੇਸਾਂ ਵਿੱਚ, ਜਿਵੇਂ ਆਪਾਂ ਆਪਣੇ ਨਾਮ ਦੇ ਅੱਗੇ ਸਿੰਘ ਲਾਉਂਦੇ ਹਾਂ, ਕੋਈ ਆਪਣੇ ਨਾਮ ਦੇ ਅੱਗੇ ਦਾਸ ਲਾਉਂਦਾ, ਕੋਈ ਰਾਮ ਲਾਉਂਦਾ, ਕੋਈ ਚੰਦਰ ਲਾਉਂਦਾ, ਕੋਈ ਹੋਰ ਆਪਣੇ ਨਾਮ। ਮੁਸਲਮਾਨ ਵੀਰ ਆਪਣੇ ਤਰੀਕੇ ਦੇ ਨਾਮ ਰੱਖਦੇ ਨੇ, ਹਿੰਦੂ ਆਪਣੇ ਤਰੀਕੇ ਦੇ, ਈਸਾਈ ਜਿਹੜੇ ਨੇ ਉਹ ਆਪਣੇ ਤਰੀਕੇ ਦਾ ਨਾਮ ਰੱਖਦੇ ਨੇ। ਜਿਹੜੇ ਇਹ ਸੰਨਿਆਸੀ ਨੇ ਇਹ ਆਪਣੇ ਅੱਗੇ 10 ਤਰ੍ਹਾਂ ਦੇ ਤਖੱਲਸ ਲਾਉਂਦੇ ਨੇ, ਜਿਨ੍ਹਾਂ ਵਿੱਚੋਂ ਇੱਕ ਤਖੱਲਸ ਹੈ ਗਿਰੀ। 10 ਪੰਥ ਨਹੀਂ ਲਾਉਂਦੇ, ਜਿਹੜੀ ਗਿਰੀ ਸੰਪਰਦਾ ਦੇ ਸਾਧੂ ਨੇ ਉਹ ਗਿਰੀ ਲਾਉਂਦੇ ਨੇ, ਭਗਵਾਨ ਗਿਰੀ। ਉਸ ਸਾਧੂ ਦਾ ਨਾਮ ਭਗਵਾਨ ਗਿਰੀ ਸੀ, ਸੰਨਿਆਸੀ ਸੀ। ਵਿਚਰਿਓ ਦੇਸ਼ ਵਿਦੇਸ਼, ਉਹ ਦੇਸ਼ਾਂ ਵਿਦੇਸ਼ਾਂ 'ਚ ਵਿਚਰਿਆ ਸੀ, ਬੜੀ ਦੁਨੀਆ 68 ਤੀਰਥਾਂ ਤੇ ਘੁੰਮਿਆ ਸੀ। ਆਵਤ ਭਇਓ ਪੰਜਾਬ ਮਹਿ, ਜਿਸ ਕੇ ਭਾਗ ਵਿਸ਼ੇਸ਼। ਉਹ ਲੱਭਦਾ ਸੀ ਕਿਤੋਂ ਸ਼ਾਂਤੀ ਮਿਲ ਜਾਵੇ, ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ ਮਿਲੇ ਜਿਹੜਾ ਉਸ ਅਕਾਲ ਪੁਰਖ ਨਾਲ ਜੋੜ ਦੇਵੇ, ਕਿਉਂਕਿ ਉਹਨੇ ਬੜੇ ਵੇਦ ਸ਼ਾਸਤਰ ਪੜ੍ਹੇ ਸਨ, ਵਿਦਿਆ ਬਹੁਤ ਪੜ੍ਹੀ ਸੀ, ਪਰ ਜਿਹੜੀ ਅੰਦਰ ਦੀ ਪਿਆਸ ਸੀ ਨਾ ਉਹ ਨਹੀਂ ਸੀ ਬੁਝੀ। ਪਿਆਸ ਬੁਝਦੀ ਹੈ ਪੂਰਨ ਸਾਧੂ ਦੇ ਮਿਲਿਆ, ਉਹ ਪਿਆਸ ਉਹਨੂੰ ਲੱਗੀ ਹੋਈ ਸੀ। ਲੱਭਦਾ ਪੰਜਾਬ 'ਚ ਆ ਗਿਆ। ਪੰਜਾਬ ਦੀ ਧਰਤੀ ਤੇ ਉਸਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਸੁਣੀ ਹੈ। ਚੌਪਈ ਜਹ ਕਹਿ ਮਹਿਮਾ ਸਤਿਗੁਰ ਕੇਰੀ। ਜਿੱਥੇ ਵੀ ਜਾਂਦਾ ਉੱਥੇ ਹੀ ਗੁਰੂ ਘਰ ਦੀ, ਗੁਰੂ ਨਾਨਕ ਦੀ ਵਡਿਆਈ ਸੁਣਾਈ ਦਿੰਦੀ, ਗੁਰੂ ਘਰ ਦੀ ਬਾਣੀ ਸੁਣਾਈ ਦਿੰਦੀ। ਜਿੱਥੇ ਕਿੱਥੇ ਪਿੰਡਾਂ ਸ਼ਹਿਰਾਂ ਵਿੱਚ ਸਿੱਖ ਬਾਣੀ ਪੜ੍ਹਦੇ ਹਨ, ਸਭਿਨ ਤੇ ਸੁਣ ਸ਼੍ਰੋਣ ਕਨੇਰੀ। ਸਾਰਿਆਂ ਤੋਂ ਗੁਰੂ ਦੀ ਮਹਿਮਾ ਸੁਣੀ ਹੈ ਵੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਪੂਰਨ ਬ੍ਰਹਮ ਗਿਆਨੀ ਸਤਿਗੁਰੂ ਪਰਮੇਸ਼ਰ ਦਾ ਅਵਤਾਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਿਰਾਜਮਾਨ ਹਨ। ਮਨ ਅਨਰਾਗ ਜਾਗ ਵੇ ਲਾਗਾ। ਹੌਲੇ ਹੌਲੇ ਮਨ 'ਚ ਪ੍ਰੇਮ ਜਾਗਣ ਲੱਗ ਪਿਆ। ਪ੍ਰੇਮ ਇੱਕ ਦਿਨ ਨਹੀਂ ਜਾਗਦਾ, ਹੌਲੇ ਹੌਲੇ। ਰੰਗ ਲਾਗਤ 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 ਹੈ, ਦੁੱਖ ਭਾਗਤ 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 ਹੈ। ਬਿਮਾਰੀ ਆਈ ਹੋਵੇ ਨਾ ਹੌਲੇ ਹੌਲੇ ਜਾਂਦੀ ਹੈ, ਇੱਕਦਮ ਨਹੀਂ ਜਾਂਦੀ। ਬਿਮਾਰੀ ਹੌਲੇ ਹੌਲੇ ਜਾਂਦੀ ਹੈ ਤੇ ਭਗਤੀ ਦਾ ਰੰਗ ਵੀ ਹੌਲੇ ਹੌਲੇ ਹੀ ਚੜ੍ਹਦਾ। ਜਦੋਂ ਆਪਾਂ ਗੁਰਦੁਆਰੇ ਆਵਾਂਗੇ, ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਜਿਉਂ-ਜਿਉਂ ਭਿੱਜੇ ਕੰਬਲੀ ਤਿਉਂ-ਤਿਉਂ ਭਾਰੀ ਹੋਏ, ਇਹ ਰੰਗ ਚੜ੍ਹੀ ਜਾਂਦਾ। ਬੰਦਾ ਕੁਝ ਸਮਿਆਂ ਬਾਅਦ ਬਦਲ ਹੀ ਜਾਂਦਾ, ਹੋਰ ਦਾ ਹੋਰ ਹੋ ਜਾਂਦਾ। ਇਹੋ ਜਿਹੀ ਖੇਡ ਵਰਤੀ ਕਿ ਰੋਜ਼ ਗੁਰੂ ਕੇ ਸਿੱਖਾਂ ਦੇ ਦਰਸ਼ਨ ਕਰਦਾ, ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਸੁਣਦਾ, ਗੁਰੂਆਂ ਦੀ ਬਾਣੀ ਸੁਣਦਾ। ਉਹਦੇ ਮਨ 'ਚ ਪ੍ਰੇਮ ਜਾਗੀ ਗਿਆ, ਵੱਧਦਾ ਗਿਆ ਪ੍ਰੇਮ। ਦਰਸ਼ਨ ਚਾਹਤ ਭਾਵਟ ਭਾਗਾ। ਹੁਣ ਅਖੀਰ ਇੱਥੇ ਗੱਲ ਪਹੁੰਚੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੀਏ।
ਜਿਨ੍ਹਾਂ ਦੀ ਇੰਨੀ ਮਹਿਮਾ ਸੁਣੀ ਹੈ, ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਮਹਾਂਪੁਰਸ਼ਾਂ ਦੇ। ਸੰਨਿਆਸੀ ਕੇ ਪੰਥ ਮਝਾਰਾ, ਕਿਉਂਕਿ ਉਹ ਸੰਨਿਆਸੀ ਸੀਗਾ। ਸ਼ੰਕਰਾਚਾਰਿਆ ਜੀ ਨੇ ਸੰਪਰਦਾਇ ਆਰੰਭ ਕੀਤੀ ਸੰਨਿਆਸੀਆਂ ਦੀ, ਜਿਨ੍ਹਾਂ ਵਿੱਚ ਸਾਧ ਸੰਗਤ ਜੀ ਵੇਦਾਂਤ ਦੀ ਬੜੀ ਸੂਖਮ ਵਿਚਾਰ ਕੀਤੀ ਜਾਂਦੀ ਹੈ। ਉਹ ਗਿਰੀ ਸੰਪਰਦਾ ਦਾ ਸਾਧੂ ਸੀ। ਧਨ ਕੁਲ ਕੋ ਅਭਿਮਾਨ ਨਿਵਾਰਾ, ਉਹਨੇ ਆਪਣਾ ਸਾਰਾ ਹੀ ਧਨ ਦਾ ਤੇ ਕੁਲ ਦਾ ਅਭਿਮਾਨ ਤਾਂ ਪਹਿਲਾਂ ਹੀ ਛੱਡਿਆ ਹੁੰਦਾ। ਜਿਹੜੇ ਸੰਨਿਆਸੀ ਬਣਦੇ ਨਾ, ਇਹ ਉੱਥੇ ਹਰਿਦੁਆਰ ਮੇਲੇ ਦੇ ਉੱਤੇ ਜਾ ਕੇ ਕਦੀ ਦੇਖੋ, ਇਹਨਾਂ ਨੂੰ ਸੰਨਿਆਸੀ ਬਣਾਉਣ ਤੋਂ ਪਹਿਲਾਂ ਇਹਨਾਂ ਦਾ ਸਿਰ ਮੂੰਹ ਸਾਰਾ ਮੁੰਡ ਦਿੰਦੇ ਆ, ਬਿਲਕੁਲ ਮੁੰਡਨ ਕਰਦੇ ਆ। ਮੁੰਡਨ ਕਰਕੇ ਫਿਰ ਇਹਨਾਂ ਦੇ ਸਰਾਧ ਕਰਦੇ ਆ। ਆਪਣਾ ਸਰਾਧ ਆਪ ਕਰਾਉਣਾ ਪੈਂਦਾ। ਆਪਣਾ ਸਰਾਧ ਆਪ ਕਰਾਉਣ ਦਾ ਮਤਲਬ ਹੁੰਦਾ ਵੀ ਜਿਵੇਂ ਆਪਾਂ ਆਪਣਾ ਭੋਗ ਨਹੀਂ ਪਾਠ, ਕੋਈ ਬੰਦਾ ਚੜ੍ਹਾਈ ਕਰ ਜਾਂਦਾ ਤੇ ਆਪਾਂ ਪਿੱਛੋਂ ਖੰਡ ਪਾਠ ਕਰਾਉਂਦੇ ਆ, ਹਿੰਦੂ ਹੋਰ ਕਰਦੇ, ਉਹ ਆਪਣਾ ਆਪ ਹੀ ਕਰ ਲੈਂਦੇ ਆ। ਉਹ ਪੰਡਤ ਨੂੰ ਬੁਲਾ ਕੇ ਪੂਜਾ ਪਾਠ ਆਪਣੇ ਨਾਂ ਦੀ, ਵੀ ਮੈਂ ਮਰ ਚੁੱਕਾ, ਮੇਰਾ ਸਾਰਾ ਕਿਰਿਆ ਕਰਮ ਖਤਮ। ਮੁੜ ਕੇ ਆਪਣੇ ਘਰ ਨਹੀਂ ਜਾਂਦੇ, ਨਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਦੇ ਆ, ਨਾ ਆਪਣੀ ਪਤਨੀ ਨੂੰ, ਨਾ ਬੱਚਿਆਂ ਨੂੰ। ਜੇ ਕੁਆਰੇ ਹੋਣ ਤਾਂ ਫਿਰ ਤਾਂ ਗੱਲ ਹੀ ਵੱਖਰੀ ਹੈ। ਜੇ ਵਿਆਹੇ ਵੀ ਕਈ ਸੰਨਿਆਸੀ ਬਣ ਜਾਂਦੇ, ਪਰ ਮੁੜ ਕੇ ਆਪਣੇ ਪਰਿਵਾਰ ਵਿੱਚ ਕਦੀ ਨਹੀਂ ਜੇ ਚਲੇ ਜਾਣ ਤਾਂ ਉਹਨਾਂ ਨੂੰ ਸਮਾਜ ਅੰਗੀਕਾਰ ਨਹੀਂ ਕਰਦਾ, ਉਹਨਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਹੈ। ਸੋ ਪਹਿਲਾਂ ਇਹਨੇ ਆਪਣੀ ਕੁੱਲ ਜਾਤੀ ਦਾ ਅਭਿਮਾਨ ਤਾਂ ਛੱਡਿਆ ਹੀ ਸੀ। ਹੁਣ ਜਿਹੜਾ ਸੰਨਿਆਸੀ ਪੁਣੇ ਦਾ ਅਭਿਮਾਨ ਸੀਗਾ ਵੀ ਮੈਂ ਸੰਨਿਆਸੀ ਹਾਂ, ਉਹ ਵੀ ਛੱਡ ਕੇ ਗੁਰੂ ਕੀ ਸ਼ਰਨ ਵਿੱਚ ਆ ਗਿਆ। ਧਰ ਲਾਲਸ ਦਰਸ਼ਨ ਕੋ ਆਵਾ, ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਬੜੀ ਮਹਿਮਾ ਸੁਣੀ ਹੈ। ਤੇ ਪਿਆਸ ਲੱਗੀ ਹੋਈ ਸੀ ਨਾ, ਜਦੋਂ ਪਿਆਸ ਲੱਗੀ ਹੋਵੇ ਉਦੋਂ ਬੰਦਾ ਸ਼ਰਮ ਕੋ ਸ਼ਰਮ ਨਹੀਂ ਸਮਝਦਾ। ਸਾਨੂੰ ਪਿਆਸ ਹੀ ਨਹੀਂ ਲੱਗਦੀ, ਅਸੀਂ ਬੜੀਆਂ ਬਹਾਨੇ ਬਣਾਏ ਹੋਏ ਆ ਵੀ ਅਸੀਂ ਆਹ ਹੋ ਜਾਏਗਾ ਤੇ ਆਹ ਹੋ ਜਾਏਗਾ। ਉਹਨੂੰ ਲੱਗੀ ਸੀ ਪਿਆਸ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਉਹ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਆ ਗਿਆ। ਹਿਰਦੇ ਮਨੋਰਥ ਏਬ ਉਠਾਵਾ, ਤੇ ਮਨ ਵਿੱਚ ਉਹਨੇ ਇਦਾਂ ਦਾ ਫੁਰਨਾ ਕੀਤਾ, ਜੇਕਰ ਪਰਮੇਸ਼ਰ ਅਵਤਾਰੂ। ਉਹਨੂੰ ਪੱਕਾ ਪਤਾ ਲੱਗਾ ਸੀ, ਦੱਸਣ ਵਾਲਿਆਂ ਨੇ ਦੱਸਿਆ ਸੀ ਕਿ ਗੁਰੂ ਹਰਿ ਰਾਏ ਸਾਹਿਬ ਪਰਮੇਸ਼ਰ ਦਾ ਅਵਤਾਰ ਹਨ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦਾ ਅਵਤਾਰ ਹਨ। ਪਰ ਉਹਨੇ ਸੋਚਿਆ ਵੀ ਪਤਾ ਨਹੀਂ ਹੈ ਕਿ ਨਹੀਂ ਹੈ, ਪਰਖ ਤਾਂ ਲੈਣਾ ਚਾਹੀਦਾ। ਜੇ ਉਹ ਪਰਮੇਸ਼ਰ ਦਾ ਅਵਤਾਰ ਹਨ, ਅਵਨੀ ਪਰ ਠਾਨਤ ਵਿਵਹਾਰੂ, ਤੇ ਧਰਤੀ ਤੇ ਅਵਤਾਰ ਧਾਰ ਕੇ ਆਏ ਹੋਏ ਹਨ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ, ਤੋ ਮੁਝ ਕੋ ਦਰਸ਼ਨ ਇਵੇਂ ਦੇਵੈ। ਤਾਂ ਫਿਰ ਮੈਂ ਉਹਨਾਂ ਦੇ ਦਰਸ਼ਨ ਇਸ ਰੂਪ 'ਚ ਕਰਨੇ ਚਾਹੁੰਦਾ ਹਾਂ। ਰੂਪ ਚਤੁਰਭੁਜ ਕੋ ਤਰ ਲੇਵੈ, ਜਦੋਂ ਮੈਂ ਉਹਨਾਂ ਦੇ ਦਰਬਾਰ ਵਿੱਚ ਜਾਵਾਂ, ਜਦੋਂ ਮੈਨੂੰ ਉਹਨਾਂ ਦੇ ਦਰਸ਼ਨ ਹੋਣ ਤਾਂ ਚਤੁਰਭੁਜ ਰੂਪ ਵਿੱਚ ਦਰਸ਼ਨ ਹੋਣੇ ਚਾਹੀਦੇ। ਭਗਤਾਂ ਦੀ ਵੱਖਰੀ ਵੱਖਰੀ ਆਸਥਾ ਹੁੰਦੀ ਹੈ। ਕਈ ਚਤੁਰਭੁਜ ਦੇ ਉਪਾਸ਼ਕ ਨੇ, ਚਾਰ ਬਾਹਾਂ ਵਾਲਾ ਜਿਹੜਾ ਰੂਪ ਹੈ ਨਾ, ਉਹਦੇ ਦਰਸ਼ਨ ਕਰਨਾ ਚਾਹੁੰਦੇ। ਜਿਵੇਂ ਪਟਨੇ ਸਾਹਿਬ ਇੱਕ ਪੰਡਿਤ ਸ਼ਿਵਦੱਤ ਜੀ ਹੋਏ ਨੇ, ਮਹਾਰਾਜ 10ਵੇਂ ਪਾਤਸ਼ਾਹ ਜੀ ਗੰਗਾ ਦੇ ਕਿਨਾਰੇ ਬਾਲ ਲੀਲਾ ਕਰਿਆ ਕਰਦੇ ਸਨ। ਉਹ ਪੰਡਿਤ ਜੀ ਰੋਜ਼ ਦਰਸ਼ਨ ਕਰਿਆ ਕਰਦੇ ਸਨ। ਉਹਨਾਂ ਨੂੰ ਝਲਕ ਪੈਂਦੀ ਸੀ ਵੀ ਇਹ ਬੱਚਾ ਕੋਈ ਸਧਾਰਨ ਬੱਚਾ ਨਹੀਂ ਹੈ, ਇਹ ਕੋਈ ਅਵਤਾਰ ਹੈ, ਕੋਈ ਮਹਾਨ ਸ਼ਕਤੀ ਹੈ। ਪਰ ਉਹਨੇ ਆਖਿਆ ਵੀ ਮੈਨੂੰ ਵਿਸ਼ਵਾਸ ਤਾਂ ਹੋਵੇਗਾ ਜੇ ਮੈਨੂੰ ਰਾਮਚੰਦਰ ਜੀ ਦੇ ਰੂਪ 'ਚ ਦਰਸ਼ਨ ਦੇਣ। ਤੇ ਇੱਕ ਦਿਨ ਪੰਡਿਤ ਜੀ ਧਿਆਨ ਲਾ ਕੇ ਬੈਠੇ ਹੋਏ ਨੇ ਤੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਕੇ ਖੜੇ ਹੋ ਗਏ। ਕਹਿੰਦੇ ਪੰਡਿਤ ਜੀ ਅੱਖਾਂ ਖੋਲੋ। ਜਦੋਂ ਪੰਡਿਤ ਜੀ ਨੇ ਆਵਾਜ਼ ਤਾਂ ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਆਈ, ਕਿਉਂਕਿ ਉਹ ਆਵਾਜ਼ ਰੋਜ਼ ਸੁਣਦਾ ਸੀਗਾ। ਸਤਿਗੁਰੂ ਜੀ 5 ਸਾਲ ਦੇ ਸਨ ਉਦੋਂ, ਤੇ ਬਾਲ ਲੀਲਾ ਕਰਦੇ, ਕਦੀ ਕੰਗਣ ਸਿੱਟ ਦਿੰਦੇ ਨਦੀ 'ਚ, ਕਦੀ ਹੋਰ ਲੀਲਾ ਕਰਦੇ ਉੱਥੇ। ਤੇ ਜਦੋਂ ਆਵਾਜ਼ ਤਾਂ ਉਹਨੇ ਪਛਾਣੀ ਹੋਈ ਸੀ, ਆਵਾਜ਼ ਆਈ ਪੰਡਿਤ ਜੀ ਅੱਖਾਂ ਖੋਲੋ। ਆਵਾਜ਼ ਤਾਂ 10ਵੇਂ ਪਾਤਸ਼ਾਹ ਜੀ ਦੀ, ਪਰ ਅੱਖਾਂ ਖੋਲੀਆਂ ਤੇ ਸਾਹਮਣੇ ਸ੍ਰੀ ਰਾਮਚੰਦਰ ਜੀ ਖੜੇ ਆ, ਮੋਢੇ ਦੇ ਧਨੁਸ਼ ਬਾਣ ਹੈ। ਉਸੇ ਤਰ੍ਹਾਂ ਹੀ ਜੋ ਉਹਨਾਂ ਦਾ ਸਰੂਪ ਸੀਗਾ ਧਿਆਨ ਵਿੱਚ, ਉਹੀ ਸਾਹਮਣੇ ਆ ਗਿਆ। ਫਿਰ ਜਦੋਂ ਮੱਥਾ ਟੇਕਿਆ, ਮੂੰਹ ਉੱਪਰ ਕੀਤਾ, ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੜੇ ਆ।
ਫਿਰ ਉਹਨਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਇਹ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੇ ਅਵਤਾਰ ਆਏ ਹਨ। ਪੰਡਿਤ ਸ਼ਿਵਦੱਤ ਜੀ ਨਿਹਾਲ ਹੋ ਗਏ। ਇਸੇ ਤਰ੍ਹਾਂ ਇਹ ਭਗਤ ਭਗਵਾਨ ਜਿਹੜਾ ਸੀਗਾ, ਇਹਦੇ ਮਨ ਵਿੱਚ ਇਹ ਹੋਇਆ ਵੀ ਜੇ ਗੁਰੂ ਹਰਿਰਾਏ ਸਾਹਿਬ ਜੀ ਪੂਰੇ ਹਨ, ਜੇ ਗੁਰੂ ਹਰਿਰਾਏ ਸਾਹਿਬ ਜੀ ਪਰਮੇਸ਼ਰ ਦਾ ਅਵਤਾਰ ਹਨ, ਤਾਂ ਮੈਨੂੰ ਚਤੁਰਭੁਜੀ ਰੂਪ ਵਿੱਚ ਦਰਸ਼ਨ ਦੇਣ। ਮੈਂ ਪੁਨ ਬਨੋ ਸਿੱਖ ਇਨ ਕੇਰਾ। ਜੇ ਮੈਨੂੰ ਚਤੁਰਭੁਜ ਰੂਪ ਵਿੱਚ ਦਰਸ਼ਨ ਹੋ ਗਏ ਤੇ ਮੈਂ ਇਹਨਾਂ ਦਾ ਸਿੱਖ ਬਣ ਜਾਵਾਂਗਾ, ਇਹਨਾਂ ਨੂੰ ਆਪਣਾ ਗੁਰੂ ਮੰਨ ਲਾਂਗਾ। ਜਿਨ ਕੋ ਪਸਰਿਓ ਜਸ ਬਹੁ ਤੇਰਾ। ਜਿਨ੍ਹਾਂ ਦਾ ਜਸ ਸਾਰੀ ਦੁਨੀਆ ਤੇ ਪਸਰਿਆ ਹੋਇਆ ਹੈ। ਸਤਿਗੁਰ ਅੰਤਰ ਜਾਮੀ ਜਾਨਾ। ਗੁਰੂ ਮਹਾਰਾਜ ਦੇ ਦਰਬਾਰ ਵਿੱਚ ਜਦੋਂ ਭਗਤ ਭਗਵਾਨ ਜੀ ਆਏ, ਉਸ ਵੇਲੇ ਮਹਾਰਾਜ ਅੰਤਰਜਾਮੀ ਗੁਰੂ ਹਰਿਰਾਏ ਸਾਹਿਬ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਜਾਣੀ ਜਾਣ ਸਤਿਗੁਰੂ ਜੀ ਉਹਨਾਂ ਦੇ ਮਨ ਦਾ ਫੁਰਨਾ ਜਾਣ ਗਏ। ਬਨੇ ਚਤੁਰਭੁਜ ਰੂਪ ਸੁਜਾਨਾ। ਜਦੋਂ ਉਹਨਾਂ ਨੇ ਆ ਕੇ ਮੱਥਾ ਟੇਕਿਆ ਨਾ, ਉਸ ਵੇਲੇ ਸਤਿਗੁਰੂ ਤਖਤ ਤੇ ਬੈਠੇ ਸਨ ਤੇ ਉਸ ਬਾਕੀ ਨੂੰ ਸੰਗਤ ਨੂੰ ਤਾਂ ਦਰਸ਼ਨ ਉਸੇ ਰੂਪ 'ਚ ਹੋ ਰਹੇ ਸਨ, ਪਰ ਉਸ ਭਗਤ ਭਗਵਾਨ ਨੂੰ, ਸੰਨਿਆਸੀ ਨੂੰ ਸਤਿਗੁਰਾਂ ਦੇ ਦਰਸ਼ਨ ਚਤੁਰਭੁਜੀ ਰੂਪ ਵਿੱਚ ਹੋ ਰਹੇ ਸਨ। ਸ਼ਿਆਮਲ ਅਲਸੀ ਕੁਸਮ ਮਨੋਹ ਹੈ। ਕਹਿੰਦੇ ਅਲਸੀ ਦੇ ਫੁੱਲ ਵਰਗਾ ਸ਼ਿਆਮ ਰੰਗ ਸੀ ਮਹਾਰਾਜ ਦਾ ਉਸ ਵੇਲੇ। ਦ੍ਰਿਗ ਵਿਸਾਲ ਤਲ ਕਮਲ ਬਨੋ ਹੈ। ਤੇ ਕਹਿੰਦੇ ਅੱਖਾਂ ਮੋਟੀਆਂ ਮੋਟੀਆਂ ਕਮਲ ਦੀਆਂ ਪੰਖੜੀਆਂ ਵਰਗੀਆਂ ਸੁੰਦਰ ਸਨ। ਸ਼ੰਖ ਗਦਾ ਧਰ ਪਦਮ ਚੱਕਰ ਕੋ। ਇੱਕ ਹੱਥ ਵਿੱਚ ਸ਼ੰਖ ਸੀ, ਇੱਕ ਹੱਥ ਵਿੱਚ ਗਦਾ ਸੀ, ਇੱਕ ਵਿੱਚ ਕਮਲ ਦਾ ਫੁੱਲ ਸੀ ਤੇ ਇੱਕ ਵਿੱਚ ਚੱਕਰ ਸੀ। ਕਈ ਲੋਕਾਂ ਨੂੰ ਇਸ ਗੱਲ ਤੋਂ ਵੀ ਖੁਰਕ ਹੋਣ ਲੱਗ ਜਾਣੀ ਹੈ ਵੀ ਇਹ ਕਿਉਂ ਲਿਖ ਦਿੱਤਾ ਇੱਕ ਭਾਈ ਸਾਹਿਬ ਨੇ। ਭਾਈ ਸਾਹਿਬ ਨੇ ਤਾਂ ਲਿਖਿਆ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕੱਲ੍ਹ ਸਾਡੇ 'ਚ ਇੱਕ ਉਹ ਵੀ ਟੋਲਾ ਹੈ ਜਿਹੜੇ ਕਹਿੰਦੇ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ, ਹੋਰ ਕੋਈ ਨਹੀਂ ਗ੍ਰੰਥ ਚਾਹੀਦਾ ਸਾਨੂੰ। ਪਰ ਸਾਧ ਸੰਗਤ ਜੀ, ਜਿਹੜੀ ਗੱਲ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਇੱਦਾਂ ਲਿਖਿਆ, ਸੰਖ ਚੱਕਰ ਮਾਲਾ ਤਿਲਕ ਬਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਇਹ ਗੁਰਬਾਣੀ ਦੀ ਪੰਕਤੀ ਹੈ। ਕਿ ਗੁਰੂ ਗ੍ਰੰਥ ਸਾਹਿਬ ਚੋਂ ਕੱਢ ਦੇਣਗੇ? ਪਤਾ ਨਹੀਂ ਕੀ ਹੋ ਗਿਆ। ਹਰ ਗੱਲ ਨੂੰ ਅਸੀਂ ਬਾਹਮਣਾਂ ਦੇ ਵਿਹੜੇ 'ਚ ਸੁੱਟ ਦਿੰਦੇ ਆ। ਆਪਣੇ ਗੁਰੂ ਦੀ ਬਾਣੀ ਨੂੰ ਤਾਂ ਪੁੱਛ ਲਓ। ਸਾਡੀ ਕਮਜ਼ੋਰੀ ਇੱਕੋ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋਗੇ, ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ, ਸਾਰੇ ਸ਼ੰਕੇ ਮਿਟ ਜਾਣਗੇ। ਸ਼ੰਕਾ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਦਰਸ਼ਨ ਨਹੀਂ ਹੁੰਦੇ। ਜਦ ਉਤਰ ਗਿਆ ਮੇਰੇ ਮਨ ਕਾ ਸੰਸਾ, ਤੇ ਜਬ ਤੇ ਦਰਸ਼ਨ ਪਾਇਆ। ਜਦੋਂ ਦਰਸ਼ਨ ਹੋ ਗਏ ਫਿਰ ਸ਼ੰਕਾ ਕਾਹਦਾ। ਜਦੋਂ ਉਸ ਪੰਡਿਤ ਨੇ, ਉਸ ਸੰਨਿਆਸੀ ਨੇ ਫੁਰਨਾ ਕੀਤਾ, ਉਹ ਭਗਤ ਭਗਵਾਨ ਨੇ, ਗਿਰੀ ਨੇ ਫੁਰਨਾ ਕੀਤਾ ਵੀ ਮੈਨੂੰ ਚਤੁਰਭੁਜੀ ਰੂਪ ਵਿੱਚ ਦਰਸ਼ਨ ਦੇਣ, ਤੇ ਸਤਿਗੁਰਾਂ ਦੇ ਚਤੁਰਭੁਜੀ ਰੂਪ ਵਿੱਚ ਉਸ ਨੂੰ ਦਰਸ਼ਨ ਹੋਏ ਹਨ। ਮੁਖ ਮੰਡਲ ਸੁਠ ਭ੍ਰਿਕੁਟ ਬੱਕਰ ਕੋ। ਮੁਖ ਮੰਡਲ ਬੜਾ ਸੁੰਦਰ ਹੈ, ਕਮਾਨ ਵਰਗੀਆਂ ਸੁੰਦਰ ਭੌਹਾਂ ਹਨ, ਭਰਵਟੇ ਹਨ। ਪੀਤਾੰਬਰ ਸੋਭਤ ਬਨਮਾਲਾ। ਔਰ ਪੀਤਾੰਬਰ ਪੀਲੇ ਰੰਗ ਦੇ ਬਸਤਰ ਹਨ, ਤੇ ਬਨਮਾਲਾ ਗਲ ਵਿੱਚ ਬੈਜੰਤੀ ਮਾਲਾ ਪਾਈ ਹੋਈ ਹੈ। ਕੋਕਬ ਵਰਨ ਸਕੈਦਤ ਜਾਲਾ। ਉਸ ਸੁੰਦਰ ਸਰੂਪ ਦੀ ਵਰਣਨ ਮਹਿਮਾ ਕੌਣ ਕਵੀ ਕਰ ਸਕਦਾ ਹੈ। ਕਿਰਪਾ ਭਰੇ ਦਵੈ ਨੈਣ ਰਸੀਲੇ। ਤੇ ਦੋਵਾਂ ਨੇਤਰਾਂ ਦੇ ਵਿੱਚ ਕਿਰਪਾ ਭਰੀ ਹੋਈ ਹੈ। ਮੁਸਕਾਵਤ ਮੁਖ ਮੰਦ ਛਬੀਲੇ। ਬੜੇ ਸੋਹਣੇ ਰੂਪ ਵਾਲੇ ਪ੍ਰਭੂ ਜੀ ਮੁਸਕਰਾ ਰਹੇ ਹਨ, ਹੱਸ ਰਹੇ ਹਨ, ਖੁਸ਼ੀ ਵਿੱਚ ਦੇਖ ਰਹੇ ਹਨ। ਸਰਤਾਪਤ ਸੁੰਦਰਤਾ ਸਾਰ। ਸੁੰਦਰਤਾ ਦਾ ਸਮੁੰਦਰ ਹਨ ਸ੍ਰੀ ਗੁਰੂ ਹਰਿ। ਕਹਿੰਦੇ ਜਿਵੇਂ ਕੋਈ ਕਿਸੇ ਚੀਜ਼ ਦੀ ਹੱਦ ਹੋਵੇ, ਸੁੰਦਰਤਾ ਦੀ ਹੱਦ ਅਕਾਲ ਪੁਰਖ ਦਾ ਸਰੂਪ, ਨਿਰੰਕਾਰ ਦਾ ਸਰੂਪ ਉਸ ਭਗਤ ਭਗਵਾਨ ਗਿਰੀ ਨੂੰ ਦਿਸ ਗਿਆ ਹੈ। ਸ਼ੇਸ਼ ਸਾਰ ਦਾ ਪਾਏ ਨ ਪਾਰ। ਉਸ ਸਰੂਪ ਦਾ ਅੰਤ ਨਾ ਸ਼ੇਸ਼ ਨਾਗ ਪਾ ਸਕਦਾ ਹੈ, ਨਾ ਸ਼ਾਰਦਾ ਦੇਵੀ ਪਾ ਸਕਦੀ ਹੈ। ਆਏ ਕਰਿਓ ਦਰਸ਼ਨ ਜਬ ਐਸੇ। ਜਦੋਂ ਆ ਕੇ ਦਰਸ਼ਨ ਕੀਤੇ ਮਹਾਰਾਜ ਸਾਹਿਬ ਜੀ ਦੇ, ਅਨੰਤ ਨਿਮਗਮ ਨ ਤੁਨ ਸੁਧ ਕੈਸੇ। ਉਹ ਜਿਹੜਾ ਭਗਤ ਭਗਵਾਨ ਗਿਰੀ ਸੀ ਨਾ, ਭਗਵਾਨ ਗਿਰੀ ਨੂੰ ਆਪਣੀ ਸੁਧ ਬੁੱਧ ਭੁੱਲ ਗਈ। ਬਾਣੀ 'ਚ ਭਾਈ ਗੁਰਦਾਸ ਜੀ ਲਿਖਦੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ,
सुरत में न सुरत और ध्यान में न ध्यान रहो, ज्ञान में न ज्ञान रहो, गत में न गत है। दर्शन देखत ही सुध की ना सुध रही। सुध बुध भुल गई, अपना आप ही विसर गया। सामने महाराज सच्चे पातशाह गुरु हराए ਸਾਹਿਬ ਜੀ ਬੈਠੇ ਹਨ। ਕਿਤਕ ਸਮੇਂ ਮੈਂ ਜਬ ਸੁਧ ਪਾਈ, ਜਦੋਂ ਕੁਝ ਸਮੇਂ ਬਾਅਦ ਉਸ ਭਗਤ ਭਗਵਾਨ ਨੂੰ ਸੋਝੀ ਹੋਈ, ਭਰਿਓ ਦੰਡਵਤ ਗੁਰ ਅਗਵਾਈ। ਉਹ ਗੁਰੂ ਹਰਾਏ ਸਾਹਿਬ ਦੇ ਚਰਨਾਂ 'ਚ ਡੰਡੇ ਦੀ ਤਰ੍ਹਾਂ ਲੰਮਾ ਪੈ ਗਿਆ। ਇੱਕ ਦੋ ਤਰ੍ਹਾਂ ਮੱਥਾ ਟੇਕੀਦਾ ਸਾਧ ਸੰਗਤ ਜੀ, ਇੱਕ ਅਸ਼ਟਾਂਗ, ਇੱਕ ਡੰਡੌਤ। ਬਹੁਤਿਆਂ ਨੂੰ ਪਤਾ ਨਹੀਂ, ਅਸ਼ਟਾਂਗ ਹੁੰਦਾ 8 ਅੰਗ ਧਰਤੀ ਤੇ ਲੱਗ ਜਾਣ, 2 ਪੈਰ, 2 ਗੋਡੇ, 2 ਕੋਹਣੀਆਂ ਤੇ 2 ਹੱਥ। ਜਦੋਂ ਧਰਤੀ ਤੇ ਲੱਗ ਜਾਣ ਤੇ ਫਿਰ ਮੱਥਾ ਟੇਕੇ, ਉਹਨੂੰ ਕਹਿੰਦੇ ਅਸ਼ਟਾਂਗ। ਤੇ ਜੇ ਲੰਮੇ ਦੀ ਡੰਡੇ ਤਰ੍ਹਾਂ ਪੈ ਜਾਓ, ਸਿੱਧਾ ਹੀ ਲੰਮਾ ਪੈ ਜਾਓ ਮੱਥਾ ਟੇਕ, ਉਹਨੂੰ ਕਹਿੰਦੇ ਡੰਡੌਤ। ਬਾਣੀ ਜਾਂਦਾ ਡੰਡੌਤ ਬੰਧਨ ਅਨੇਕ ਵਾਰ। ਮੈਂ ਅਨੇਕਾਂ ਵਾਰ ਆਪਣੇ ਗੁਰੂ ਨੂੰ ਡੰਡੌਤ ਬੰਦਨਾ, ਲੰਮਿਆਂ ਪੈ ਕੇ ਕਰਨਾ। ਕਈ ਪ੍ਰੇਮੀ ਕਰਦੇ ਆ, ਪਰ ਜਿਨ੍ਹਾਂ ਨੂੰ ਗੁਰੂ ਨਾਲ ਬਹੁਤ ਪਿਆਰ ਹੁੰਦਾ ਉਹ ਕਰਦੇ। ਜਿਹੜੇ ਮੇਰੇ ਵਰਗੇ ਉਹ ਸੋਚਦੇ ਮੈਂ ਅੱਜ ਲੰਮਾ ਪੈ ਗਿਆ, ਲੋਕ ਕਹਿਣਗੇ ਇਹ ਕੀ ਕਰਦਾ ਪਿਆ, ਸ਼ਰਮ ਕਰ ਜਾਂਦੇ ਆ। ਨਹੀਂ, ਗੁਰੂ ਅੱਗੇ ਤਾਂ ਫਿਰ ਕਾਹਦੀ ਸ਼ਰਮ ਹੈ, ਗੁਰੂ ਅੱਗੇ ਤਾਂ ਫਿਰ ਡੰਡੌਤ ਹੀ ਹੈ। ਤੋ ਉਸ ਨੇ ਮਹਾਰਾਜ ਦੇ ਅੱਗੇ ਨਾ ਡੰਡੇ ਦੀ ਤਰ੍ਹਾਂ ਲੰਮਾ ਪੈ ਕੇ ਜ਼ਮੀਨ ਤੇ ਮੱਥਾ ਟੇਕਿਆ। ਸ਼ਰਨ ਸ਼ਰਨ ਰੱਖੋ ਦੇ ਹਾਥ, ਤੇ ਆਖਿਆ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਵਿੱਚ ਹਾਂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਮੈਂ ਤੇਰੀ ਸ਼ਰਨ ਆ ਗਿਆ, ਹੁਣ ਮੈਨੂੰ ਆਪਣੀ ਭਗਤੀ 'ਚ ਲਾ ਲਓ। ਮੁਝ ਅਨਾਥ ਕੇ ਕਰਹੁ ਸਨਾਥ, ਇਹ ਸੱਚੇ ਪਾਤਸ਼ਾਹ ਮੈਂ ਅਨਾਥ ਹਾਂ, ਮੈਨੂੰ ਸਨਾਥ ਕਰ ਦਿਓ, ਭਾਵ ਗੁਰੂ ਵਾਲਾ ਬਣਾ ਲਓ। ਸਿੱਖ ਆਪਨੋ ਕੀਜਹਿ ਸੁਆਮੀ, ਹੇ ਸੁਆਮੀ, ਹੇ ਸਤਿਗੁਰੂ ਮੈਨੂੰ ਆਪਣਾ ਸਿੱਖ ਬਣਾ ਲਓ। ਤੀਨ ਲੋਕ ਪਤ ਅੰਤਰ ਜਾਮੀ, ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ, ਤੁਸੀਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੋ, ਤੁਸੀਂ ਅੰਤਰਜਾਮੀ ਹੋ। ਕਿਰਪਾ ਕਰੋ ਸੱਚੇ ਪਾਤਸ਼ਾਹ, ਮੇਰਾ ਬੇੜਾ ਭਵ ਸਾਗਰ ਤੋਂ ਬੰਨੇ ਲਾ ਦਿਓ। ਦੀਨ ਦਿਆਲ ਹੈ ਬਿਰਦ ਤੁਮਾਰਾ, ਇਹ ਮਹਾਰਾਜ ਤੁਹਾਡਾ ਬਿਰਦ ਹੈ ਦੀਨਾਂ ਤੇ ਦਇਆ ਕਰਨੀ। ਜਿਹੜਾ ਤੁਹਾਡੀ ਸ਼ਰਨ ਆ ਜੇ ਤੁਸੀਂ ਉਹਦਾ ਬੇੜਾ ਬੰਨੇ ਲਾਉਂਦੇ ਹੋ। ਇਹ ਤੁਹਾਡਾ ਬਿਰਦ ਹੈ, ਇਹ ਤੁਹਾਡਾ ਧਰਮ ਹੈ, ਇਹ ਤੁਹਾਡਾ ਫਰਜ਼ ਹੈ। ਤੇ ਮੈਂ ਤੁਹਾਡੀ ਸ਼ਰਨ ਆਇਆ, ਮੇਰਾ ਬੇੜਾ ਬੰਨੇ ਲਾ ਦਿਓ ਸਤਿਗੁਰੂ ਜੀ। ਭਵ ਸਾਗਰ ਤੇ ਲਿਹੋ ਉਧਾਰ, ਮੈਨੂੰ ਭਵ ਸਾਗਰ ਤੋਂ ਤਾਰ ਲਓ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰਚਾਰ, ਇਸ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਕਿਰਪਾ ਕਰੋ ਮਹਾਰਾਜ, ਸੰਸਾਰ ਸਾਗਰ ਤੋਂ ਪਾਰ ਲੰਘਾ ਦਿਓ। ਬੇਸ ਪਰਟ ਗੁਰ ਵਾਕ ਸੁਨਾਇਓ, ਜਦੋਂ ਉਸਨੇ ਸਿਰ ਚੁੱਕ ਕੇ ਵੇਖਿਆ, ਦੁਬਾਰਾ ਅੱਖਾਂ ਝਮਕੀਆਂ, ਸਾਹਮਣੇ ਜਿਹੜਾ ਚਤੁਰਭੁਜੀ ਸਰੂਪ ਸੀ ਉਹ ਅਲੋਪ ਹੋ ਗਿਆ ਤੇ ਉਹਦੀ ਥਾਂ ਤੇ 7ਵੇਂ ਪਾਤਸ਼ਾਹ ਗੁਰੂ ਹਰਾਏ ਸਾਹਿਬ ਦਾ ਸਰੂਪ ਨਜ਼ਰ ਆਇਆ। ਤੇ ਸਤਿਗੁਰੂ ਇਸ ਤਰ੍ਹਾਂ ਬੋਲੇ, ਹਰ ਦਰਸ਼ਨ ਤੁਮ ਇਹ ਠਾਂ ਪਾਇਓ। ਮਹਾਰਾਜ ਕਹਿਣ ਲੱਗੇ, ਦੇਖੋ ਭਗਵਾਨ ਜੀ, ਗਿਰੀ ਜੀ, ਤੁਹਾਨੂੰ ਦਰਸ਼ਨ ਚਾਹੀਦੇ ਸੀ, ਹੋ ਗਏ। ਆਖੋ ਸ੍ਰੀ ਵਾਹਿਗੁਰੂ। ਅਕਾਲ ਪੁਰਖ ਦੇ ਪ੍ਰਮਾਤਮਾ ਦੇ ਦਰਸ਼ਨ ਕਰਨ ਦੀ ਇੱਛਾ ਸੀ, ਤੁਹਾਨੂੰ ਗੁਰੂ ਨਾਨਕ ਦੇ ਘਰ ਚੋਂ ਹੋ ਗਏ ਨੇ। ਸ੍ਰੀ ਚੰਦ ਗੁਰ ਨਾਨਕ ਨੰਦ, ਹੁਣ ਇਸ ਤਰ੍ਹਾਂ ਕਰੋ, ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ, ਤਿਨ ਅਨਕੰਪਾ ਕੀਨ ਬਿਲੰਦ, ਉਹਨਾਂ ਨੇ ਆਪਣੇ ਪੋਤਰੇ ਤੇ ਬੜੀ ਕਿਰਪਾ ਕੀਤੀ ਹੈ। ਪੋਤਰਾ ਉਹਨਾਂ ਦੇ ਭਾਈ ਦਾ ਸੀਗਾ ਬਾਬਾ ਲਖਮੀ ਦਾਸ ਜੀ, ਗੁਰੂ ਨਾਨਕ ਦੇਵ ਜੀ ਦੇ ਛੋਟੇ ਸਾਹਿਬਜ਼ਾਦੇ। ਉਹਨਾਂ ਦੇ ਪੁੱਤਰ ਬਾਬਾ ਧਰਮ ਚੰਦ ਜੀ, ਬਾਬਾ ਧਰਮ ਚੰਦ ਜੀ ਦੇ ਪੁੱਤਰ ਬਾਬਾ ਮੇਹਰ ਚੰਦ ਜੀ ਤੇ ਬਾਬਾ ਮਾਣਕ ਚੰਦ ਜੀ, 2 ਹੋਏ ਆ ਗੁਰੂ ਨਾਨਕ ਸਾਹਿਬ ਦੇ ਪੜਪੋਤਰੇ। ਬਾਬਾ ਮੇਹਰ ਚੰਦ ਉੱਤੇ ਇਸ ਬਾਬਾ ਸ੍ਰੀ ਚੰਦ ਜੀ ਬਹੁਤ ਕਿਰਪਾ ਬਖਸ਼ਿਸ਼ ਕਰ ਗਏ ਹਨ। ਮੇਹਰ ਚੰਦ ਪਰ ਸੋ ਅਬ ਤਹਾਂ, ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਆਪਣੇ ਪੋਤੇ, ਆਪਣੇ ਛੋਟੇ ਭਾਈ ਦੇ ਪੋਤੇ ਮੇਹਰ ਚੰਦ ਨੂੰ ਬਖਸ਼ਿਸ਼ਾਂ ਦਿੱਤੀਆਂ ਹਨ। ਬੇਦੀ ਬੰਸ਼ ਵਿਖੇ ਜਸ ਮਹਾ, ਉਹ ਬੇਦੀ ਬੰਸ ਵਿੱਚ ਗੁਰੂ ਕੇ ਸਾਹਿਬਜ਼ਾਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੜ ਪੋਤਰੇ ਹਨ। ਤੇ ਕੋ ਮਿਲਹੁ ਸਪੂਰ ਹੈ ਆਸਾ, ਤੁਸੀਂ ਉੱਥੇ ਚਲੇ ਜਾਓ,
ਗਿਰੀ ਜੀ ਤੁਸੀਂ ਉੱਥੇ ਜਾ ਕੇ ਬਾਬਾ ਮਿਹਰ ਚੰਦ ਨੂੰ ਮਿਲੋ, ਉਹ ਬਾਕੀ ਤੁਹਾਡੀ ਗੱਲ ਉੱਥੇ ਬਣਨੀ ਹੈ, ਉਹ ਤੁਹਾਡੀ ਆਸਾ ਪੂਰੀ ਕਰਨਗੇ। ਦਰਸ ਹੋ ਜਾਏ ਤਰਹੁ ਵਿਸਵਾਸਾ। ਸਾਡੇ ਬਚਨ ਤੇ ਵਿਸ਼ਵਾਸ ਕਰੋ, ਸਾਡਾ ਹੀ ਰੂਪ ਸਮਝਣਾ। ਗੁਰੂ ਨਾਨਕ ਦੇਵ ਜੀ ਦੇ ਪੜਪੋਤਰੇ ਹਨ, ਬਾਬਾ ਮਿਹਰ ਚੰਦ ਜੀ ਨੂੰ ਮਿਲੋ। ਇਹ ਠਾਂ ਉਹ ਠਾਂ ਭੇਦ ਨ ਕੋਊ। ਉੱਥੇ ਦੇ ਇੱਥੇ ਕੋਈ ਫਰਕ ਨਾ ਸਮਝਣਾ। ਉਹ ਗੁਰੂ ਨਾਨਕ ਸਾਹਿਬ ਜੀ ਦਾ ਬੰਸ ਹੈ, ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ। ਇੱਕ ਹੈ ਰੂਪ ਜਾਣਿਓ ਦੋ। ਦੋਵੇਂ ਇੱਕੋ ਰੂਪ ਹੀ ਹੈ। ਸਾਧ ਸੰਗਤ ਜੀ ਅੱਜ ਕੱਲ ਕਿਸੇ ਬਾਬੇ ਦੇ ਡੇਰੇ ਚਲੀ ਜਿਓ, ਕਹਿੰਦਾ ਮੇਰਾ ਡੇਰਾ ਛੱਡ ਕੇ ਦੂਜੀ ਥਾਂ ਨਾ ਚਲਾ ਜੀ ਕਿਤੇ। ਉਹ ਵੀ ਬਾਬਾ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਿਹਾ ਹੁੰਦਾ ਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਿਹਾ ਹੁੰਦਾ, ਪਰ ਆਪਸ 'ਚ ਇੰਨੀ ਈਰਖਾ ਹੁੰਦੀ ਹੈ। ਉਹ ਕਹਿੰਦਾ ਮੇਰੇ ਡੇਰੇ ਤੇ ਸੰਗਰਾਂਦ ਮਨਾਉਣੀ ਹੈ, ਮੇਰੇ ਡੇਰੇ ਤੇ ਪੂਰਨਮਾਸ਼ੀ ਮਨਾਉਣੀ ਹੈ, ਮੇਰੇ ਡੇਰੇ ਤੇ ਆਉਣਾ, ਹੋਰ ਭੁੱਲ ਕੇ ਨਾ ਕਿਤੇ ਚਲਾ ਜਾਈ। ਤੇ ਉਹਨੂੰ ਪੁੱਛੀਏ ਵੀ ਜਿਹੜਾ ਦੂਜਾ ਡੇਰਾ ਉੱਥੇ ਗੁਰੂ ਗ੍ਰੰਥ ਸਾਹਿਬ ਕੋਈ ਨਹੀਂ, ਉਹ ਵੀ ਤਾਂ ਗੁਰੂ ਦਾ ਹੀ ਹੈ, ਕੋਈ ਮੁਸਲਮਾਨਾਂ ਕੋਲ ਤਾਂ ਨਹੀਂ ਭੇਜਣ ਲੱਗੇ। ਗੁਰੂ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ। ਗੁਰੂ ਸਾਹਿਬ ਤਾਂ ਸਾਰਿਆਂ ਨੂੰ ਆਪਣਾ ਕਹਿੰਦਾ। ਗੁਰੂ ਨਾਨਕ ਦੀ ਵਡਿਆਈ ਤਾਂ ਇਹੀ ਹੈ ਵੀ ਕਿਸੇ ਨਾਲ ਨਫ਼ਰਤ ਹੀ ਨਹੀਂ ਕੀਤੀ, ਮੁਸਲਮਾਨਾਂ ਨਾਲ ਵੀ ਨਹੀਂ ਕੀਤੀ, ਹਿੰਦੂਆਂ ਨਾਲ ਵੀ ਨਹੀਂ ਕੀਤੀ, ਈਸਾਈਆਂ ਨਾਲ ਵੀ, ਸਭ ਨੂੰ ਆਪਣੇ ਗਲ 'ਚ ਲਾ ਲਿਆ। ਇਹੀ ਤਾਂ ਗੁਰੂ ਦੀ ਵਡਿਆਈ ਹੈ। ਤੇ ਫਿਰ ਗੁਰੂ ਦੇ ਪਰਿਵਾਰ ਨੂੰ ਸਤਿਕਾਰ ਨਾ ਦਈਏ ਤੇ ਫਿਰ ਅਸੀਂ ਸਿੱਖ ਕਾਹਦੇ। ਸਤਿਗੁਰੂ ਸਤਵੇਂ ਪਾਤਸ਼ਾਹ ਕਹਿੰਦੇ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪੜ ਪੋਤਰੇ ਬਾਬਾ ਮਿਹਰ ਚੰਦ ਜੀ ਹਨ, ਉਹਨਾਂ ਦੇ ਗੁਰੂ ਦੀ ਬੜੀ ਬਖਸ਼ਿਸ਼ ਹੈ। ਜਾਓ ਤੁਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸੇਵਾ ਕਰੋ। ਤਬ ਭਗਵਾਨ ਦੇ ਹਰੇ ਗਇਓ। ਤਾਂ ਬਾਬਾ ਮਿਹਰ ਚੰਦ ਜੀ ਰਹਿੰਦੇ ਕਿੱਥੇ ਸਨ? ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦੀ ਉਹ ਜਗ੍ਹਾ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਸਾਹਿਬ ਚੋਜ ਕੀਤਾ ਤੇ ਉਹਨਾਂ ਦੇ ਬਸਤਰ ਨੂੰ ਲੈ ਕੇ ਮੁਸਲਮਾਨਾਂ ਨੇ ਕਬਰ ਬਣਾਈ, ਹਿੰਦੂਆਂ ਨੇ ਮਹਾਰਾਜ ਦਾ ਸੰਸਕਾਰ ਕਰਨ ਵਾਸਤੇ ਇੱਕ ਚਾਦਰ ਦਾ ਸੰਸਕਾਰ ਕਰਤਾ, ਅੰਗੀਠਾ ਬਣਾ ਲਿਆ ਤੇ ਬਾਅਦ ਵਿੱਚ ਰਾਵੀ ਨੇ ਉਹ ਅੰਗੀਠਾ ਜਲ ਪ੍ਰਵਾਹ ਕਰਤਾ। ਤੇ ਫਿਰ ਬਾਬਾ ਸ੍ਰੀ ਚੰਦ ਜੀ ਭਾਈ ਜਿਹੜਾ ਅਜਿੱਤਾ ਰੰਧਾਵਾ ਸੀ ਨਾ, ਉਹਦੇ ਖੂਹ ਤੇ ਆ ਕੇ ਡੇਰਾ ਲਾ ਲਿਆ। ਜਿੱਥੇ ਅਜਿੱਤੇ ਰੰਧਾਵੇ ਦੇ ਖੂਹ ਤੇ ਕਦੀ ਗੁਰੂ ਨਾਨਕ ਸਾਹਿਬ ਵੀ ਬਹਿੰਦੇ ਹੁੰਦੇ ਸਨ, ਇਸ਼ਨਾਨ ਕਰਦੇ ਹੁੰਦੇ ਸਨ, ਉੱਥੇ ਹੀ ਫਿਰ ਬਾਬੇ ਅਜਿੱਤੇ ਰੰਧਾਵੇ ਦੇ ਖੂਹ ਤੇ ਬਾਬਾ ਸ੍ਰੀ ਚੰਦ ਜੀ ਨੇ ਡੇਰਾ ਸਾਹਿਬ ਬਣਾਇਆ ਗੁਰੂ ਨਾਨਕ ਸਾਹਿਬ ਦਾ, ਜਿਹਨੂੰ ਆਪਾਂ ਡੇਰਾ ਬਾਬਾ ਨਾਨਕ ਜੀ ਕਹਿੰਦੇ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬੜਾ ਸੁੰਦਰ ਗੁਰਦੁਆਰਾ ਉੱਥੇ ਬਣਾਇਆ ਸੀ, ਆਲੀਸ਼ਾਨ। ਹੁਣ ਤਾਂ ਗੁਰਦੁਆਰਾ ਸੁੰਦਰ ਸ਼ਾਇਦ 2-3 ਵਾਰੀ ਵਧਾ ਦਿੱਤਾ ਗਿਆ ਹੋਵੇ। ਉਹ ਜਿਹੜਾ ਸਾਧ ਸੰਗਤ ਜੀ ਅਸਥਾਨ ਹੈ ਉਹਨੂੰ ਡੇਰਾ ਬਾਬਾ ਨਾਨਕ ਪਾਕਿਸਤਾਨ ਦੇ ਬਾਰਡਰ ਤੇ ਹੈ। ਕਰਤਾਰਪੁਰ ਪਾਕਿਸਤਾਨ 'ਚ ਹੈ ਤੇ ਡੇਰਾ ਬਾਬਾ ਨਾਨਕ ਉਰਲੇ ਪਾਸੇ, ਸਿਰਫ 3-4 ਕਿਲੋਮੀਟਰ ਇਹ ਦੋਵਾਂ ਜਗ੍ਹਾ ਦਾ ਫਰਕ ਹੈ। ਵਿੱਚ ਬਾਰਡਰ ਦੀ ਉਹ ਬੰਨ੍ਹ ਕਹਿੰਦੇ ਆ, ਤੁਸੀਂ ਬੰਨ੍ਹ, ਉਹਦੇ ਉੱਤੇ ਅਸੀਂ ਕਈ ਵਾਰੀ ਖੜ੍ਹ ਕੇ ਉਹ ਦੂਰਬੀਨ ਲਾ ਕੇ ਦਰਸ਼ਨ ਵੀ ਕਰਦੇ ਰਹੇ। ਹੁਣ ਤਾਂ ਕਹਿੰਦੇ ਰਸਤਾ ਖੁੱਲ੍ਹ ਗਿਆ, ਪਰ ਉਦੋਂ ਰਸਤਾ ਖੁੱਲ੍ਹਾ ਨਹੀਂ ਸੀਗਾ। ਤੇ ਉਹ ਜਿਹੜੀ ਜਗ੍ਹਾ ਹੈ ਨਾ, ਉੱਥੇ ਬਾਬਾ ਮਿਹਰ ਚੰਦ ਜੀ ਰਹਿੰਦੇ ਸਨ। ਮਿਹਰ ਚੰਦ ਪਗ ਪਰਸਤ ਭਇਓ। ਇਹ ਸੰਨਿਆਸੀ ਉੱਥੇ ਬਾਬਾ ਮਿਹਰ ਚੰਦ ਜੀ ਦੇ ਕੋਲ ਡੇਰਾ ਬਾਬਾ ਨਾਨਕ ਪਹੁੰਚਿਆ ਕੀਰਤਪੁਰ ਸਾਹਿਬ ਤੋਂ ਚੱਲ ਕੇ, ਤੇ ਬਾਬਾ ਮਿਹਰ ਚੰਦ ਜੀ ਨੂੰ ਨਮਸਕਾਰ ਕੀਤੀ। ਮਿਲ ਕਰ ਭੇਸ ਉਦਾਸੀ ਲੀਨ। ਤੇ ਬਾਬਾ ਮਿਹਰ ਚੰਦ ਜੀ ਕੋਲੋਂ ਉਦਾਸੀ ਭੇਸ ਧਾਰਨ ਕੀਤਾ। ਜਿਹੜਾ ਉਦਾਸੀ ਸੰਪਰਦਾ ਦੇ ਵਿੱਚ ਸਾਧ ਸੰਗਤ ਜੀ 4 ਧੂਣੇ ਤੇ 6 ਬਖਸ਼ਿਸ਼ਾਂ ਹਨ। ਉਹਨਾਂ ਵਿੱਚੋਂ ਇਹ ਭਗਤ ਭਗਵਾਨ ਦੀ ਵੀ ਇੱਕ ਵੱਡੀ ਸੰਪਰਦਾ ਹੈ, ਜਿਹਨੂੰ ਭਗਤ ਭਗਵਾਨੀ ਹੀ ਕਹਿੰਦੇ। ਹਾਂਜੀ। ਸਤਨਾਮ ਕੋ ਮੰਤਰ ਸੁਦੀਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਗੁਰੂ ਘਰ ਦਾ ਮੰਤਰ ਹੈ, ਸਤਨਾਮ ਸ੍ਰੀ ਵਾਹਿਗੁਰੂ। ਇਹ ਮੰਤਰ ਬਾਬਾ ਮਿਹਰ ਚੰਦ ਜੀ ਨੇ ਇਸ ਗੁਰਸਿੱਖ ਨੂੰ, ਭਾਈ ਭਗਤ ਭਗਵਾਨ ਨੂੰ ਬਖਸ਼ ਕੇ ਦ੍ਰਿੜ ਕਰਾ ਦਿੱਤਾ। ਭਗਤ ਭਗਵਾਨ ਨਾਮ ਤਬ ਧਰਿਓ। ਇਹਨਾਂ ਦਾ ਨਾਮ ਭਗਤ ਭਗਵਾਨ ਰੱਖ ਦਿੱਤਾ। ਪਹਿਲਾ ਨਾਮ ਇਹਨਾਂ ਦਾ ਗਿਰੀ ਭਗਵਾਨ ਸੀ, ਭਗਵਾਨ ਗਿਰੀ। ਉਹਨਾਂ ਨੇ ਇਹਨਾਂ ਦਾ ਨਾਮ ਰੱਖਿਆ ਭਗਤ ਭਗਵਾਨ। ਲੈ ਆਗਿਆ ਪੁਨ ਜਗ ਮੈਂ ਫਿਰਿਓ। ਤੇ ਫਿਰ ਇਹ ਭਗਤ ਭਗਵਾਨ ਜੀ ਬ੍ਰਹਮ ਗਿਆਨੀ ਬਣ ਗਏ। ਨਾਮ ਜਪ ਕੇ ਜਿੱਥੇ ਗੱਲ ਪਹੁੰਚਣੀ ਸੀ ਪਹੁੰਚ ਗਈ, ਅਵਸਥਾ ਟਿਕ ਗਈ, ਮਨ ਦੀਆਂ ਸਾਰੀਆਂ ਤਰੰਗਾਂ ਸ਼ਾਂਤ ਹੋ ਗਈਆਂ। ਮਨ ਦੀ ਸਾਰੀ ਖੇਡ ਹੈ ਸਾਧ ਸੰਗਤ ਜੀ। ਆਪਾਂ ਬੰਦੇ ਇਨਸਾਨ ਸੁਖੀ ਦੁਖੀ
ਮੋਟੇ ਪਤਲੇ ਗੋਰੇ ਕਾਲੇ ਜੋ ਵੀ ਆਪਾਂ ਮਨ ਕਰਕੇ ਆ, ਤੇ ਜੇ ਮਨ ਪਲਟ ਜਾਵੇ ਤੇ ਮਨ ਸਾਨੂੰ ਰੱਬ ਬਣਾ ਦੇਵੇ। ਮਹਾਰਾਜ ਕਹਿੰਦੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਾਨੀ ਸ਼ੇਵਾ, ਇਹ ਮਾਨੀ ਸ਼ਕਤੀ ਹੈ। ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਪੰਜਾਂ ਤਤਾਂ ਦੀ ਜੀਵ ਆਤਮਾ ਹੈ। ਕਹਿੰਦੇ ਇਹ ਮਨ ਲੈ ਜੋ ਉਨ ਮਨ ਰਹਿ। ਜਦੋਂ ਇਹ ਮਨ ਉਲਟਾ ਹੋ ਜਾਂਦਾ ਹੈ, ਭਾਵ ਉਨਮਨੀ ਅਵਸਥਾ ਚਲਾ ਜਾਂਦਾ, ਤੋ ਤੀਨ ਲੋਕ ਕੀ ਬਾਤਾਂ ਕਹੈ, ਫਿਰ ਇੱਥੇ ਬੈਠਾ ਬੈਠਾ ਤ੍ਰਿਲੋਕੀ ਦੀਆਂ ਗੱਲਾਂ ਕਰ ਸਕਦਾ। ਇਹ ਅਵਸਥਾ ਬਦਲ ਗਈ, ਭਗਤ ਭਗਵਾਨ ਪੂਰਨ ਬ੍ਰਹਮ ਗਿਆਨੀ ਬਣ ਗਿਆ। ਵਿਚਰਤ ਜਿਸੀ ਦੇਸ਼ ਕੋ ਜਾਏ। ਕਹਿੰਦੇ ਜਿਹੜੇ ਦੇਸ਼ ਵਿੱਚ ਵੀ ਜਾਂਦਾ ਸੀ, ਜਿਹੜੇ ਇਲਾਕੇ 'ਚ ਵੀ ਵਿਚਰਦਾ ਸੀ, ਗੁਰਮਾਰਗ ਉਪਦੇਸ਼ ਦ੍ਰਿੜਾਏ। ਲੋਕਾਂ ਨੂੰ ਗੁਰੂ ਨਾਨਕ ਦੀ ਸਿੱਖੀ ਬਾਰੇ ਦੱਸਦਾ ਸੀ। ਸਾਧ ਸੰਗਤ ਜੀ, ਜਿਹੜਾ ਅਸਲ ਪ੍ਰਚਾਰ ਕੀਤਾ ਦੁਨੀਆ ਵਿੱਚ, ਅੱਜ ਅਸੀਂ ਅਕਿਰਤ ਘਣ ਹੋ ਗਏ, ਪੁਰਾਣੀਆਂ ਸੰਪਰਦਾਵਾਂ ਨੂੰ ਬਾਹਰ ਕੱਢ ਕੇ ਸਿੱਟ ਦਿੱਤਾ। ਜਿਹੜਾ ਆ ਤੁਸੀਂ 12-13 ਕਰੋੜ ਬਣਜਾਰਾ ਤੇ ਸ਼ਿਕਲੀਗਰ ਦੇਖਦੇ ਹੋ, ਗੁਰੂ ਘਰ ਨਾਲ ਜੁੜਿਆ ਹੋਇਆ। ਜਿਹੜੇ ਪੰਜਾਬ 'ਚ ਆਪਾਂ ਪਿੰਡਾਂ 'ਚ ਸਿੱਖ ਬਣੇ ਆ, ਜਿਹੜੇ ਕਾਬਲ ਕੰਧਾਰ ਵੱਲ ਤੇ ਬਹੁਤ ਦੂਰ ਕਜ਼ਾਕਿਸਤਾਨ ਤੱਕ ਸਿੱਖੀ ਸੀਗੀ, ਸ੍ਰੀਲੰਕਾ, ਅੰਡੇਮਾਨ ਨਿਕੋਬਾਰ, ਥਾਈਲੈਂਡ ਤੱਕ, ਬਰਮਾ ਤੱਕ, ਸਿੰਗਾਪੁਰ ਤੱਕ ਸਿੱਖੀ ਫੈਲੀ ਸੀ। ਉਹ ਕਿਹਨਾਂ ਨੇ ਫੈਲਾਈ ਸੀ? ਉਦਾਸੀਆਂ ਨੇ। ਕੀ ਕਰਦੇ ਸੀ? ਜਾ ਕੇ ਕਿਸੇ ਪਿੰਡ 'ਚ ਧੂਣਾ ਲਾ ਲੈਂਦੇ ਸੀ, ਕਹਿੰਦੇ 40 ਦਿਨ ਰਹਿਣਾ, 40 ਦਿਨ ਧੂਣਾ ਤੁਹਾਡੇ ਪਿੰਡ ਹੈ ਭਾਈ, ਸ਼ਰਤ ਇਹ ਆ ਸਾਡੇ ਕੋਲ ਸਾਰੇ ਪਿੰਡ ਨੇ ਆਉਣਾ ਹੈ, ਇੱਕ ਪੌੜੀ ਜਪਜੀ ਸਾਹਿਬ ਦੀ ਰੋਜ਼ ਕੰਠ ਕਰਾ ਦੇਣੀ। 40 ਦਿਨਾਂ 'ਚ ਜਪਜੀ ਸਾਹਿਬ ਕੰਠ ਕਰਾ ਕੇ, ਚੰਗਾ ਭਾਈ ਇਹਦਾ ਰੋਜ਼ ਪਾਠ ਕਰਿਆ ਕਰੋ, ਅੱਗੇ ਚਲੇ ਜਾਣਾ। ਉਦੋਂ ਪੋਥੀਆਂ ਨਹੀਂ ਸੀ ਹੁੰਦੀਆਂ, ਗੁਟਕੇ ਨਹੀਂ, ਹੱਥ ਨਾਲ ਲਿਖ ਕੇ ਦੇ ਦਿੰਦੇ ਸੀ, ਹੱਥ ਨਾਲ ਲਿਖ ਕੇ ਦਿੰਦੇ ਸੀ ਬਾਣੀ। ਤੇ ਫਿਰ ਭੇਟਾ ਨਹੀਂ ਸੀ ਲੈਂਦੇ, ਸਿਰਫ ਇੱਕ ਟਾਈਮ ਪ੍ਰਸ਼ਾਦਾ ਜ਼ਰੂਰ ਛਕਦੇ ਸੀਗੇ, ਬਸ ਉਹ ਰੁੱਖਾ ਮਿੱਸਾ ਜੋ ਛਕ ਕੇ ਤੇ ਬਾਣੀ ਪੜ੍ਹਨੀ ਤੇ ਪੜ੍ਹਾਣੀ। ਤੇ ਉਹ ਭਗਤ ਭਗਵਾਨ ਜੀ ਸੰਨਿਆਸੀ ਨੇ ਸਿੱਖੀ ਧਾਰਨ ਕਰ ਲਈ, ਗੁਰੂ ਦੀ ਸਿੱਖੀ ਧਾਰਨ ਕਰਕੇ ਦੇਸਾਂ ਪ੍ਰਦੇਸਾਂ ਵਿੱਚ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕੀਤਾ ਹੈ। ਰੁਚ ਕਰ ਲੋਕ ਮਿਲਹਿ ਤਿਸ ਨਾਹੀ। ਕਹਿੰਦੇ ਉਹ ਹੁਣ ਜਦੋਂ ਲੋਕਾਂ ਵਿੱਚ ਵਿਚਰਦਾ ਤੇ ਲੋਕ ਉਹਨੂੰ ਪ੍ਰੇਮ ਨਾਲ ਮਿਲਦੇ ਨਹੀਂ। ਹੁਣ ਜਿਹੜੇ ਪਿੰਡ ਜਾਈਏ, ਅੱਜ ਕੱਲ੍ਹ ਪ੍ਰਚਾਰ ਸਾਧ ਸੰਗਤ ਜੀ ਜਿਹੜੇ ਢੰਗ ਨਾਲ ਹੋ ਰਿਹਾ ਨਾ, ਉਹ ਪ੍ਰਚਾਰ ਦਾ ਅਸਰ ਘੱਟ ਪੈ ਰਿਹਾ। ਕੁਰਬਾਨੀ ਕਰਨੀ ਪੈਂਦੀ, ਮੈਂ ਵੀ ਵਿੱਚ ਹੀ ਹਾਂ। ਅਸੀਂ ਵੀ ਕਹਿੰਦੇ ਸਾਨੂੰ ਕੋਈ ਬੁਲਾਵੇ, ਟਿਕਟ ਦੇਵੇ ਜਹਾਜ਼ ਦੀ, ਫਿਰ ਅਸੀਂ ਆਵਾਂਗੇ, ਇੰਨੀ ਅਸੀਂ ਭੇਟਾ ਲਵਾਂਗੇ। ਹੋਟਲ 'ਚ ਸਾਨੂੰ ਕਮਰਾ ਚਾਹੀਦਾ, ਸਹੂਲਤ ਸਾਨੂੰ ਵਧੀਆ ਚਾਹੀਦੀ ਹੈ, ਤੇ ਅਸੀਂ ਤਾਂ ਕਥਾ ਕਰਨੀ ਹੈ। ਉਹ ਸਮਾਂ ਕਿ ਇੱਦਾਂ ਦਾ ਸੀ, ਨਾ ਕੋਈ ਕਮਰਾ, ਨਾ ਕੋਈ ਆਵਾਜਾਈ ਦੇ ਸਾਧਨ, ਪੈਦਲ ਜਾਣਾ ਪਿੰਡਾਂ ਵਿੱਚ ਤੇ ਜਾ ਕੇ ਕਹਿਣਾ ਭਾਈ ਕਥਾ ਸੁਣ ਲਓ। ਕਹਿੰਦੇ ਬਾਬਾ ਚੱਲ, ਸਾਡੇ ਕੋਲ ਟਾਈਮ ਕੋਈ ਨਹੀਂ। ਕੌਣ ਸੁਣਦਾ ਨਵੀਂ ਗੱਲ? ਕੋਈ ਹਿੱਤ ਕਰਕੇ ਮਿਲਦਾ ਨਹੀਂ। ਦੇਖਤ ਅਚਰਜ ਹੋਇਆ ਮਨ ਮਾਹੀ। ਲੋਕ ਹੈਰਾਨ ਜੇ ਹੁੰਦੇ, ਬਾਬਾ ਪਤਾ ਨਹੀਂ ਕਿੱਥੋਂ ਆ ਗਿਆ, ਪਤਾ ਨਹੀਂ ਕੌਣ ਹੈ, ਅਸੀਂ ਨਹੀਂ ਜਾਣਦੇ। ਕੋਈ ਪਿੰਡ 'ਚ ਚੋਰੀ ਕਰਕੇ ਨਾ ਚਲਾ ਜੇ, ਕੁਛ ਕਿਸੇ ਦਾ ਨੁਕਸਾਨ ਨਾ ਕਰ ਜਾਵੇ, ਇਹ ਕੋਈ ਡਾਕੂ ਚੋਰ ਹੀ ਨਾ ਹੋਵੇ, ਇੱਦਾਂ ਲੋਕ ਮਾੜੇ ਖਿਆਲ ਕਰਦੇ। ਬਹੁਤ ਸਥਾਨ ਫਿਰਿਓ ਅਕਲਾਇਓ। ਉਹ ਵਿਚਾਰਾ ਜਿੱਥੇ ਪ੍ਰਚਾਰ ਕਰਨ ਜਾਂਦਾ ਸਿੱਖੀ ਦਾ, ਕੋਈ ਉਹਨੂੰ ਮੂੰਹ ਨਹੀਂ ਲਾਂਦਾ, ਉਹ ਬਹੁਤ ਦੁਖੀ ਹੋਇਆ, ਅਕੁਲਾ ਗਿਆ। ਬਾਬੇ ਮਿਹਰ ਚੰਦ ਟਿਕ ਆਇਓ। ਫਿਰ ਵਾਪਸ ਬਾਬੇ ਮਿਹਰ ਚੰਦ ਕੋਲ ਆ ਗਿਆ, ਡੇਰਾ ਬਾਬਾ ਨਾਨਕ ਵਿਖੇ ਆ ਗਿਆ। ਜਗਤ ਬ੍ਰਿਤਾਂਤ ਸੁਨਾਵਨ ਕੀਨ। ਕਹਿਣ ਲੱਗਾ ਬਾਬਾ ਜੀ ਤੁਸੀਂ ਮੈਨੂੰ ਹੁਕਮ ਲਾਇਆ ਸੀ ਵੀ ਜਾ ਦੇਸਾਂ ਪ੍ਰਦੇਸਾਂ 'ਚ ਪ੍ਰਚਾਰ ਕਰ ਗੁਰਬਾਣੀ ਦਾ, ਪਰ ਬਾਬਾ ਜੀ ਜਿੱਥੇ ਜਾਈਦਾ ਕੋਈ ਮੂੰਹ ਨਹੀਂ ਲਾਂਦਾ, ਕੋਈ ਕਮਰਾ ਨਹੀਂ ਹੁੰਦਾ, ਕੋਈ ਮੰਜਾ ਨਹੀਂ ਹੁੰਦਾ, ਕੋਈ ਬਿਸਤਰਾ ਨਹੀਂ ਹੁੰਦਾ, ਦਰਖਤਾਂ ਥੱਲੇ ਸੌਂਈਦਾ ਤੇ ਰੋਟੀ ਨਹੀਂ ਦਿੰਦੇ, ਤੇ ਮੰਗ ਤੰਗ ਕੇ ਰੋਟੀ ਖਾਈਦੀ ਹੈ, ਤੇ ਉਹ ਵੀ ਔਖੇ ਹੁੰਦੇ ਨੇ ਲੋਕ, ਪਿੰਡ 'ਚ ਰਾਤ ਰਹਿਣ ਨਹੀਂ ਦਿੰਦੇ। ਤੇ ਪ੍ਰਚਾਰ ਤੇ ਤਾਂ ਕਰੀਏ ਜੇ ਕਿਤੇ ਰਹੀਏ, ਜੇ 2-4 ਦਿਨ ਮਹੀਨਾ ਕਿਤੇ ਰਵਾਂਗੇ ਤਾਂ ਹੀ ਪ੍ਰਚਾਰ ਹੋਏਗਾ। ਤੇ ਜੇ ਆਪਾਂ ਡਾਂਗ ਤੇ ਹੀ ਡੇਰਾ, ਤੇ ਫਿਰ ਕਿਹਨੇ ਸੁਣਨੀ ਹੈ ਗੱਲ? ਮਹਾਰਾਜ ਇੱਦਾਂ ਤਾਂ ਪ੍ਰਚਾਰ ਨਹੀਂ ਹੁੰਦਾ। ਨਹਿ ਉਪਦੇਸ਼ ਮੋਹਿ ਕਿਸ ਲੀਨ। ਕਿਸੇ ਨੇ ਮੇਰੇ ਕੋਲੋਂ ਕਥਾ ਨਹੀਂ ਸੁਣੀ, ਕਿਸੇ ਨੇ ਮੇਰਾ ਪ੍ਰਚਾਰ ਨਹੀਂ ਸੁਣਿਆ। ਸਤਿਗੁਰ ਕੀ ਮਹਿਮਾ ਕੋ ਜਾਣੈ। ਹਾਂ, ਗੁਰੂ ਘਰ ਦੀ ਮਹਿਮਾ ਨੂੰ ਜਾਣਦੇ।
ਗੁਰਬਾਣੀ ਪਰ ਨਿਸ਼ਟਾ ਠਾਨੈ। ਤੇ ਗੁਰਬਾਣੀ ਤੇ ਨਿਸ਼ਚਾ ਕਰਦੇ। ਮਿਹਰ ਚੰਦ ਤਬ ਕਹਿਓ ਸੁਨਾਏ। ਕਹਿੰਦੇ ਬਾਬਾ ਮਿਹਰ ਚੰਦ ਜੀ ਬੋਲੇ, ਭਗਤ ਭਗਵਾਨ ਗਮਹੋ ਤਿਸ ਥਾਏ। ਆ ਕਹਿਣ ਲੱਗੇ ਹੈ ਭਗਤ ਭਗਵਾਨ ਉੱਥੇ ਚਲੇ ਜਾਓ ਜਿਨ ਟਿਕ ਗੁਰਤਾ ਰਹੇ ਪ੍ਰਕਾਸ਼। ਜਿੱਥੋਂ ਆਏ ਸੀ। ਆਖੋ ਸ੍ਰੀ ਵਾਹਿਗੁਰੂ। ਏਦਾਂ ਨਹੀਂ, ਗੁਰੂ ਤੋਂ ਬਖਸ਼ਿਸ਼ ਲੈਣੀ ਪੈਣੀ ਹੈ। ਉੱਥੋਂ ਬਖਸ਼ਿਸ਼ ਲੈ ਕੇ ਗੁਰੂ ਹਰਿਰਾਏ ਸਾਹਿਬ ਦੀ ਬਖਸ਼ਿਸ਼ ਲੈ ਕੇ ਤੁਰੋਗੇ, ਫੇਰ ਤੁਹਾਨੂੰ ਸੰਗਤਾਂ ਮੂੰਹ ਲਾਣਗੀਆਂ। ਸਾਧ ਸੰਗਤ ਜੀ, ਆਪਾਂ ਸਾਰੇ ਪ੍ਰਚਾਰਕ, ਕਥਾਵਾਚਕ, ਰਾਗੀ, ਢਾਡੀ ਪੰਥ ਦੇ ਤਾਬੇ ਹਾਂ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤਾਬੇ ਹਾਂ, ਤੇ ਸਾਨੂੰ ਕੋਈ ਰੋਕ ਨਹੀਂ ਸਕਦਾ। ਤੇ ਜੇ ਅਸੀਂ ਗੁਰੂ ਮਹਾਰਾਜ ਤੋਂ ਬੇਮੁਖ ਹੋ ਕੇ, ਸ੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋ ਕੇ ਆਪਣੀ ਡਫਲੀ ਵੱਖਰੀ ਵਜਾਈਏ, ਤੇ ਫਿਰ ਸਾਡੀ ਸੁਣਦਾ ਕੋਈ ਨਹੀਂ। ਫਿਰ ਸਾਨੂੰ ਪਤਾ ਹੀ ਹੈ ਫਿਰ ਕਿਹਨੇ ਸੁਣਨੀ ਹੈ। ਬਖਸ਼ਿਸ਼ ਲੈਣੀ ਪੈਂਦੀ। ਗੁਰੂ ਦੀ ਬਖਸ਼ਿਸ਼ ਰੂਹਾਨੀ ਬਖਸ਼ਿਸ਼ ਹੁੰਦੀ ਹੈ। ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕੋਲ ਜਾਓ, ਉਹਨਾਂ ਨੂੰ ਬੇਨਤੀ ਕਰੋ, ਸਿਰ ਤੇ ਹੱਥ ਰੱਖਣਗੇ। ਜਿੱਧਰ ਜਾਓਗੇ ਜੋ ਬੋਲੋਗੇ ਸੰਗਤਾਂ ਸੁਣਨਗੀਆਂ। ਹਾਂਜੀ, ਸੋ ਪੂਰਹਿ ਕੇ ਤੁਮਰੀ ਆਸ। ਜੇ ਪ੍ਰਚਾਰ ਕਰਨਾ ਤਾਂ ਗੁਰੂ ਦੀ ਬਖਸ਼ਿਸ਼ ਲਓ। ਗੁਰੂ ਦੀ ਬਖਸ਼ਿਸ਼ ਦੇ ਨਾਲ ਜੋ ਮੂੰਹ ਤੋਂ ਬੋਲੀਦਾ ਉਹ ਪੂਰਾ ਵੀ ਹੁੰਦਾ ਤੇ ਉਹ ਸੰਗਤਾਂ ਸੁਣਦੀਆਂ ਵੀ ਨੇ। ਤੇ ਜੇ ਆਪਣੀ ਹੰਕਾਰ ਦੇ ਨਾਲ ਕੋਈ ਗੱਲ ਕਰੋਗੇ, ਕੋਈ ਨਹੀਂ ਸੁਣੇਗਾ। ਤਖਤ ਹੁਕਮ ਕੇ ਲਾ ਕਾਰਜ ਕੀਜੈ। ਆਹਾ, ਗੁਰੂ ਦੇ ਤਖਤ ਤੋਂ ਤਖਤ ਹੁਕਮ ਲੈ ਕਾਰਜ ਕੀਜੈ। ਸਾਧ ਸੰਗਤ ਜੀ, ਆਪਾਂ ਭਾਵੇਂ ਕਿੰਨੀਆਂ ਵੀ ਸੰਪਰਦਾਵਾਂ ਪੰਥ ਵਿੱਚ, ਨਿਹੰਗ ਸਿੰਘਾਂ ਦੀਆਂ, ਟਕਸਾਲ ਦੀਆਂ, ਰਾੜਾ ਸਾਹਿਬ ਸੰਪਰਦਾ ਹੈ, ਆਪਣੇ ਨਾਨਕਸਰ ਸੰਪਰਦਾ ਹੈ, ਨਿਰਮਲੇ ਸੰਪਰਦਾ ਹੈ, ਉਦਾਸੀ ਸੰਪਰਦਾ ਹੈ, ਹੋਰ ਬੜੀਆਂ ਸੁਸਾਇਟੀਆਂ ਪੰਥ ਵਿੱਚ, ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ ਹਨ। ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰੀਏ ਤੇ ਚੜ੍ਹਦੀ ਕਲਾ ਹੁੰਦੀ ਹੈ। ਸਾਰੇ ਪਾਸੇ ਜੈ ਜੈਕਾਰ ਹੁੰਦੀ ਹੈ। ਤੇ ਜੇ ਕੋਈ ਮੇਰੇ ਵਰਗਾ ਉੱਠ ਕੇ ਕਵੇ ਨਹੀਂ ਮੈਂ ਨਹੀਂ, ਆਪਣੀ ਮੱਤ ਦੀ ਮੈਂ ਪ੍ਰਚਾਰ ਕਰਨਾ, ਤੇ ਫਿਰ ਤੁਸੀਂ ਦੇਖਦੇ ਹੀ ਹੋ ਕੀ ਹਾਲ ਹੁੰਦਾ। ਇਸ ਕਰਕੇ ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਤਖਤ ਤੋਂ, ਗੁਰੂ ਹਰਿਰਾਏ ਸਾਹਿਬ ਤੋਂ ਬਖਸ਼ਿਸ਼ ਲਈਏ। ਇਹ ਬਾਬਾ ਮਿਹਰ ਚੰਦ ਜੀ ਨੇ ਹੁਕਮ ਲਾਇਆ ਹੈ। ਤਬ ਉਪਦੇਸ਼ ਜਗਤ ਕੋ ਦੀਜੈ। ਪਹਿਲਾਂ ਗੁਰੂ ਦੀ ਬਖਸ਼ਿਸ਼ ਲਓ, ਪਹਿਲਾਂ ਗੁਰੂ ਦਾ ਥਾਪੜਾ ਲਓ, ਫਿਰ ਕਥਾ ਕਰੋ। ਫਿਰ ਜਦੋਂ ਜਿੱਧਰ ਵੀ ਜਾਓਗੇ, ਸਾਰੀਆਂ ਸੰਗਤਾਂ ਗੁਰੂ ਦੀ ਬਖਸ਼ਿਸ਼ ਨਾਲ ਤੁਹਾਡਾ ਬਚਨ ਸੁਣਨਗੀਆਂ। ਬਹਰੋ ਕਰੈ ਪ੍ਰਤੀਤ ਤੁਮਾਰੀ। ਫਿਰ ਤੁਹਾਡੇ ਬਚਨ ਤੇ ਭਰੋਸਾ ਕਰਨਗੇ ਲੋਕ। ਨਰ ਮਾਨਹਿ ਜਿਮ ਕਰੋ ਉਚਾਰੀ। ਫਿਰ ਜਿਵੇਂ ਤੁਸੀਂ ਕਹੋਗੇ ਸਭ ਲੋਕ ਮੰਨਣਗੇ। ਪ੍ਰਥਮ ਪਖੀਤੈ ਮਹਿਮਾ ਭਾਰੀ। ਤੂੰ ਪਹਿਲਾਂ ਹੀ ਦੇਖ ਚੁੱਕਾ ਹੈ ਭਗਤ ਭਗਵਾਨ ਗੁਰੂ ਹਰਿਰਾਏ ਸਾਹਿਬ ਦੀ ਕਿੱਡੀ ਵੱਡੀ ਮਹਿਮਾ ਹੈ। ਉਹਨਾਂ ਦੇ ਵਿੱਚ ਤੂੰ ਭਗਵਾਨ ਦੇ ਦਰਸ਼ਨ ਕੀਤੇ ਹੈ। ਜਿਨ੍ਹਾਂ ਨੇ ਤੈਨੂੰ ਪ੍ਰਮਾਤਮਾ ਦੇ ਰੂਪ 'ਚ ਦਰਸ਼ਨ ਦਿੱਤੇ ਨੇ, ਉਹ ਆਪ ਕਿੱਡੀ ਵੱਡੀ ਤਾਕਤ ਦੇ ਮਾਲਕ ਨੇ। ਉਹਨਾਂ ਕੋਲ ਹੀ ਜਾਓ, ਪਰਮੇਸ਼ਰ ਨੇ, ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਕਿਉਂ ਨਹਿ ਸ਼ਰਧਾ ਔਰ ਮਹਿ ਧਾਰੀ। ਕਿਉਂ ਨਹੀਂ ਆਪਣੇ ਮਨ ਵਿੱਚ ਤੁਸੀਂ ਸ਼ਰਧਾ ਕਰਦੇ ਉਹਨਾਂ ਉੱਤੇ। ਸੁਨ ਪੁਨ ਗਮਨਿਓ ਤਹਿ ਭਗਵਾਨ। ਫਿਰ ਭਗਤ ਭਗਵਾਨ ਡੇਰਾ ਬਾਬਾ ਨਾਨਕ ਤੋਂ ਤੁਰ ਪਿਆ। ਸਤਿਗੁਰ ਦਰਸ ਚਾਹਿਓ ਸਤਿਗੁਰ ਦਰਸ ਮਹਾਨ। ਤੇ ਸ੍ਰੀ ਕੀਰਤਪੁਰ ਸਾਹਿਬ ਆ ਗਿਆ। ਮਹਾਰਾਜ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਬਹੁਤ ਬਸੂਰਤ ਮੈਂ ਬੜ ਭੁੱਲਾ। ਤੇ ਮਨ 'ਚ ਝੂਰਨ ਲੱਗ ਪਿਆ ਵੀ ਮੈਂ ਭੁੱਲ ਗਿਆ ਸੀ, ਮੇਰੇ ਤੋਂ ਭੁੱਲ ਹੋ ਗਈ, ਜੋ ਮੈਂ ਆਪਣੇ ਸਤਿਗੁਰੂ ਜੀ ਤੋਂ ਬੇਮੁਖ ਹੋ ਗਿਆ ਸੀ। ਨਹੀਂ ਰਹਿਓ ਗੁਰ ਕੇ ਅਨੁਕੂਲਾ। ਮੈਂ ਗੁਰੂ ਦੇ ਅਨੁਕੂਲ ਨਹੀਂ ਰਿਹਾ। ਗੁਰ ਕੇ ਬਚਨ ਭੇਖ ਮੈਂ ਪਾਇਬ। ਮੈਂ ਗੁਰੂ ਦੇ ਬਚਨ ਨਾਲ ਉਦਾਸੀ ਭੇਖ ਤਾਂ ਧਾਰਨ ਕਰ ਲਿਆ, ਪਰ ਮੁੜ ਕੇ ਕਦੀ ਗੁਰੂ ਨੂੰ ਯਾਦ ਨਹੀਂ ਕੀਤਾ, ਮੁੜ ਕੇ ਗੁਰੂ ਨੂੰ ਸਿਮਰਿਆ ਨਹੀਂ। ਮੈਂ ਆਪਣੇ ਵਿੱਚ ਵੀ ਮੈਂ ਹੀ ਹੁਣ ਪੂਰਾ ਹੋ ਗਿਆ। ਹਾਂਜੀ, ਪੁਨ ਦਰਸ਼ਨ ਕੋ ਨਹੀਂ ਸਿਧਾਇਬ। ਮੈਨੂੰ ਬਾਰ-ਬਾਰ ਆਉਣਾ ਚਾਹੀਦਾ ਸੀ ਦਰਸ਼ਨ ਕਰਨ ਵਾਸਤੇ, ਪਰ ਮੈਂ ਇੱਕ ਵਾਰੀ ਦਰਸ਼ਨ ਕਰਕੇ ਭੁੱਲ ਹੀ ਗਿਆ। ਦੁਬਾਰਾ ਕੀਰਤਪੁਰ ਸਾਹਿਬ ਗਿਆ ਹੀ ਨਹੀਂ ਗੁਰੂ ਕੋਲ ਬਖਸ਼ਿਸ਼ ਲੈਣ। ਸਗਲ ਘਟਨ ਕੇ ਅੰਤਰ ਜਾਮੀ। ਮਹਾਰਾਜ ਘਟ ਦੇ ਅੰਤਰਜਾਮੀ, ਜਾਣੀ ਜਾਣ ਸਤਿਗੁਰੂ ਜੀ। ਮੋਹੇ ਪਤਿਤ ਕੋ ਜਾਣ ਸਖਾਮੀ। ਮੇਰੇ ਪਤਿਤ ਪਾਪੀ ਦੀਆਂ ਖਾਮੀਆਂ ਜਾਣਦੇ ਹਨ।
ਮੇਰੇ ਸਤਿਗੁਰੂ ਨੂੰ ਸਭ ਪਤਾ ਹੈ। ਹਰ ਬਨ ਦਰਸ਼ਨ ਮੋਹਿ ਦਿਖਾਇਵ। ਤੇ ਮੈਨੂੰ ਉਹਨਾਂ ਨੇ ਭਗਵਾਨ ਦੇ ਪਰਮੇਸ਼ਰ ਦੇ ਰੂਪ ਵਿੱਚ ਦਰਸ਼ਨ ਵੀ ਦਿੱਤੇ ਹਨ। ਕੋਟ ਜਨਮ ਕੇ ਪਾਪ ਮਿਟਾਇਵ। ਤੇ ਮੇਰੇ ਜਨਮਾਂ ਦੇ ਕਰੋੜਾਂ ਜਨਮਾਂ ਦੇ ਪਾਪ ਮਿਟ ਗਏ ਜਦੋਂ ਮੈਂ ਉਹਨਾਂ ਦੇ ਦਰਸ਼ਨ ਕੀਤੇ। ਮੈਂ ਨਹਿ ਲਖਿਓ ਭਇਓ ਅਪਰਾਧੀ। ਪਰ ਮੈਂ ਫੇਰ ਵੀ ਮੂਰਖ ਨੇ ਉਹਨਾਂ ਦੀ ਮਹਿਮਾ ਨਹੀਂ ਜਾਣੀ, ਫੇਰ ਉਹਨਾਂ ਦਾ ਦਰ ਛੱਡ ਦਿੱਤਾ, ਅਪਰਾਧੀ ਹੋ ਗਿਆ, ਗੁਨਾਹਗਾਰ ਹੋ ਗਿਆ ਮੈਂ। ਰਹਿਓ ਸਮੀਪ ਨ ਸੇਵ ਨ ਸਾਦੀ। ਮੈਂ ਮੁੜ ਕੇ ਕੋਲ ਨਹੀਂ ਗਿਆ, ਸਾਹਿਬ ਦੀ ਸੇਵਾ ਨਹੀਂ ਸਾਧੀ। ਸਤਿਗੁਰ ਨੇ ਮੋਹਿ ਆਪਣੋ ਕੀਨ। ਗੁਰੂ ਨੇ ਮੈਨੂੰ ਆਪਣਾ ਬਣਾਇਆ ਹੈ। ਕਰਿਓ ਸੁਦਰਸ਼ਨ ਭਾਬੁਦਹੀਨ। ਤੇ ਉਹਨਾਂ ਦੇ ਦਰਸ਼ਨ ਮੈਨੂੰ ਭਗਵਾਨ ਦੇ ਰੂਪ ਚ ਹੋਏ, ਪਰ ਬੁੱਧੀ ਤੇ ਮੇਰੀ ਫਿਰ ਪੜਦਾ ਪੈ ਗਿਆ। ਆਪਨ ਆਪ ਕੇ ਅਦਕ ਧਿਕਾਰਤ। ਆਪਣੇ ਆਪ ਨੂੰ ਵੱਡਾ ਸਮਝ ਬੈਠਾ ਵੀ ਮੈਂ ਹੁਣ ਸਿੱਧ ਪੁਰਸ਼ ਹੋ ਗਿਆ ਹਾਂ। ਗੁਰ ਪੂਰਨ ਕੇ ਗੁਣ ਵਿਚਾਰਤ। ਇਸ ਤਰ੍ਹਾਂ ਆਪਣੇ ਆਪ ਨੂੰ ਸਾਧ ਸੰਗਤ ਜੀ ਧਿਕਾਰਦਾ ਹੋਇਆ, ਆਪਣੇ ਆਪ ਉੱਤੇ ਲਾਹਨਤਾਂ ਪਾਉਂਦਾ ਹੋਇਆ, ਆਪਣੇ ਮਨ ਦੇ ਵਿੱਚ ਹੀਣ ਭਾਵਨਾ ਲਿਆ ਕੇ ਵੀ ਮੇਰੇ ਤੋਂ ਬੜੀ ਵੱਡੀ ਭੁੱਲ ਹੋਈ ਹੈ, ਪੂਰੇ ਸਤਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਦਾ ਹੈ। ਉਮਕਿਓ ਪ੍ਰੇਮ ਦ੍ਰਿਗਨ ਜਲ ਛਾਵਾ। ਤੇ ਮਨ ਵਿੱਚ ਪ੍ਰੇਮ ਉਗਮਿਆ ਤੇ ਅੱਖਾਂ 'ਚ ਹੰਝੂ ਆ ਗਏ। ਗਦ ਗਦ ਗਿਰਾ ਅਦਕ ਬਿਕਰਾਵਾ। ਕਹਿੰਦੇ ਬਾਣੀ ਗਦ ਹੋ ਗਈ, ਗਲਾ ਭਰ ਗਿਆ, ਵਿਆਕੁਲ ਹੋ ਗਿਆ। ਪ੍ਰੇਮ ਵਿਵਸ ਹੋਏ ਮਗਨ ਹੈ ਬੁਝੈ। ਕਹਿੰਦੇ ਪ੍ਰੇਮ ਵਿੱਚ ਵਿਵਸ ਹੋ ਕੇ ਤੇ ਤੁਰਿਆ ਆਉਂਦਾ ਹੈ, ਇੰਨਾ ਵਿਆਕੁਲ ਹੈ ਵੀ ਰਸਤੇ ਦਾ ਵੀ ਪਤਾ ਨਹੀਂ ਚੱਲਦਾ ਵੀ ਰਸਤਾ ਕਿੱਧਰ ਜਾਣਾ ਹੈ। ਇੰਨੀ ਮਸਤਾਨੀ ਅਵਸਥਾ ਹੋ ਗਈ ਗੁਰੂ ਦੇ ਪਿਆਰ ਵਿੱਚ। ਜਹ ਕਹੇ ਗੁਰ ਮੂਰਤ ਹੀ ਸੁਝੈ। ਹਰ ਥਾਂ ਤੇ ਗੁਰੂ ਹੀ ਦਿਸਦਾ ਹੈ। ਆਖੋ ਸ੍ਰੀ ਵਾਹਿਗੁਰੂ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਦੀ ਖੇਡ ਹੀ ਐਸੀ ਹੈ, ਫਿਰ ਹਰ ਥਾਂ ਤੇ ਗੁਰੂ ਹਰਾਏ ਸਾਹਿਬ ਹੀ ਦਿਸਣ ਲੱਗ ਪਏ। ਕਬਹੂ ਉੱਚੇ ਬੋਲਤ ਦੌਰੇ। ਕਦੀ ਰਸਤੇ 'ਚ ਦੌੜ ਪੈਂਦਾ, ਉੱਚੀ ਉੱਚੀ ਬੋਲਦਾ ਹੈ, ਗੁਰੂ ਜੀ ਮੈਨੂੰ ਬਖਸ਼ ਦਿਓ, ਗੁਰੂ ਜੀ ਮੈਨੂੰ ਬਖਸ਼ ਦਿਓ। ਹਾਂਜੀ। ਕਬਹੂ ਰੁਦਤ ਬੈਠ ਬਨ ਬੋਰੇ। ਤੇ ਕਦੀ ਰਾਹ 'ਚ ਤੁਰਦਾ ਬਹਿ ਕੇ ਰੋਣ ਲੱਗ ਜਾਂਦਾ ਹੈ। ਚਲਿਓ ਨ ਜਾਏ ਥਰਿਓ ਨਹਿ ਜਾਈ। ਕਹਿੰਦੇ ਨਾ ਉਹਦੇ ਕੋਲੋਂ ਤੁਰਿਆ ਜਾਂਦਾ ਹੈ ਤੇ ਨਾ ਰੁਕਿਆ ਜਾਂਦਾ ਹੈ। ਰੁਕ ਨਹੀਂ ਸਕਦਾ, ਗੁਰੂ ਦੀ ਖਿੱਚ ਪੈਂਦੀ ਹੈ, ਤੁਰ ਨਹੀਂ ਸਕਦਾ, ਪ੍ਰੇਮ 'ਚ ਵਿਆਕੁਲ ਹੋਇਆ ਪਿਆ ਹੈ। ਐਸੀ ਦਸ਼ਾ ਹੋ ਗਈ ਹੈ ਬਈ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਸੁਧ ਬੁੱਧ ਬਿਸਰ ਗਈ ਹੈ। ਹਾਂਜੀ। ਮੋਨ ਨ ਰਹਿ ਨ ਬੋਲ ਸਕਾਈ। ਨਾ ਬੋਲ ਸਕਦਾ, ਨਾ ਚੁੱਪ ਰਹਿ ਸਕਦਾ। ਹਾਂਜੀ। ਕਬ ਕੂ ਮਤ ਜਮ ਅਮਲੀ ਹੋਏ। ਏਦਾਂ ਘੁੰਮਣ ਲੱਗ ਜਾਂਦਾ ਜਿਵੇਂ ਕਿਸੇ ਨੇ ਭੰਗ ਪੀਤੀ ਹੋਵੇ, ਕੋਈ ਨਸ਼ਾ ਕੀਤਾ ਹੋਵੇ। ਸੁਧ ਸਰੀਰ ਕੀ ਬਿਸਰਿਓ ਸੋਏ। ਕਹਿੰਦੇ ਸਰੀਰ ਦੀ ਸੁੱਧ ਬੁੱਧ ਭੁੱਲ ਗਈ। ਪੰਥ ਨ ਸੂਝੈ ਦ੍ਰਿਗ ਜਲ ਰੁਕਿਓ। ਅੱਖਾਂ ਵਿੱਚ ਹੰਝੂ ਭਰ ਗਏ ਨੇ ਤੇ ਰਸਤਾ ਨਹੀਂ ਦਿਸਦਾ। ਅੱਖਾਂ 'ਚ ਇੰਨਾ ਪਾਣੀ ਭਰਿਆ ਹੋਇਆ ਵੀ ਅੱਖਾਂ ਦੇ ਵਿੱਚ ਜਲ ਹੈ, ਬਾਣੀ ਗਲਾ ਗਦ ਹੈ, ਰੋਮ ਸਰੀਰ ਦੇ ਜਿਹੜੇ ਨੇ ਖੜੇ ਹੋ ਗਏ ਨੇ, ਲੂ ਕੰਡੇ, ਤੇ ਰਸਤੇ ਦਾ ਪਤਾ ਨਹੀਂ ਚੱਲ ਰਿਹਾ। ਇੰਨਾ ਪ੍ਰੇਮ 'ਚ ਮਗਨ ਹੋ ਗਿਆ। ਮਹਾ ਪ੍ਰੇਮ ਤੇ ਇੰਦਰੈ ਥਕਿਓ। ਕਹਿੰਦੇ ਮਹਾ ਪ੍ਰੇਮ ਤੇ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਥੱਕ ਗਏ ਹਨ। ਐਮ ਵਿਆਕੁਲ ਬਹੁ ਦਿਨ ਮੈਂ ਆਵਾ। ਇਹਦਾ ਵਿਆਕੁਲ ਹੋਇਆ, ਮਸੀਂ ਸ੍ਰੀ ਕੀਰਤਪੁਰ ਸਾਹਿਬ ਬੜੇ ਦਿਨਾਂ 'ਚ ਪਹੁੰਚਿਆ। ਜਹ ਸਤਿਗੁਰ ਕੇ ਥਾਨ ਸੁਹਾਵਾ। ਜਿੱਥੇ ਗੁਰੂ ਕੀ ਨਗਰੀ ਸ੍ਰੀ ਕੀਰਤਪੁਰ ਸਾਹਿਬ ਹੈ। ਪ੍ਰੇਮ ਮਗਨ ਹੋਏ ਦਵਾਰੇ ਆਇਵ। ਪ੍ਰੇਮ 'ਚ ਮਗਨ ਹੋ ਕੇ ਮਹਾਰਾਜ ਸਤਵੇਂ ਪਾਤਸ਼ਾਹ ਦੇ ਦਰਬਾਰ 'ਚ ਆਇਆ। ਚਰਨ ਧੂਰਲੇ ਮਸਤਕ ਲਾਇਵ। ਤੇ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਮੱਥੇ ਨੂੰ ਲਾਈ। ਅੰਤਰ ਜਾਏ ਦਰਸ ਜਬ ਪਾਵਾ। ਜਦੋਂ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕੀਤੇ, ਭਇਓ ਮੁਕਤ ਸਤਿਗੁਰੂ ਬੁਲਾਵਾ। ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮੁਕਤੀ ਕਰ ਦਿੱਤਾ, ਬੰਧਨ ਹੀ ਕੱਟ ਦਿੱਤੇ। ਆਗੇ ਆਓ ਭਗਤ ਭਗਵਾਨ। ਮਹਾਰਾਜ ਕਹਿੰਦੇ ਆਓ ਭਗਤ ਭਗਵਾਨ ਜੀ ਅੱਗੇ ਆ ਜਾਓ। ਗੁਰੂ ਸਾਹਿਬ ਪਿਆਰ ਦੇ ਵਿੱਚ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਗੁਰੂ ਕਿਰਪਾ ਕਰਕੇ ਕਹਿ ਦੇਵੇ ਜੋ ਕਹੋ ਮੁਖੋਂ ਸੇਵ ਕੇ ਬੈਠੀਏ, ਸੁਖ ਨਾਨਕ ਅੰਤ ਨਾ ਪਾਏ। ਜਦੋਂ ਮਹਾਰਾਜ ਕਹਿੰਦੇ ਆ ਜਾ ਇੱਥੇ ਬਹਿ ਜਾ, ਉਹ ਆਨੰਦ ਤਾਂ ਫਿਰ ਕਿਹਾ ਹੀ ਨਹੀਂ ਨਾ ਜਾ ਸਕਦਾ। ਹਾਂਜੀ। ਅਬ ਤੋ ਦਰਗਾਹ ਭਾ ਪਰਵਾਨ। ਤੂੰ ਹੁਣ ਪ੍ਰਮਾਤਮਾ ਦੀ ਵਾਹਿਗੁਰੂ ਦੀ ਦਰਗਾਹ 'ਚ ਪ੍ਰਵਾਨ ਹੋ ਗਿਆ। ਸੁਨ ਗੁਰ ਤੇ ਚਰਨਨ ਪਰ ਰਹਿਓ। ਇਹ ਸੁਣ ਕੇ ਮਹਾਰਾਜ ਦੇ ਚਰਨਾਂ ਤੇ ਪੈ ਰਿਹਾ। ਇੰਦਰੈ ਥਕਤ ਜਾਤ ਨਹਿ ਗਹਿਓ।
ਕਹਿੰਦੇ ਇੰਦਰੇ ਸਰੀਰ ਦੇ ਮਨ ਬੁੱਧੀ ਸਭ ਥੱਕ ਗਏ। ਸਾਧ ਸੰਗਤ ਜੀ, ਜਦੋਂ ਅੱਖਾਂ ਦੂਜੇ ਪਾਸੇ ਦੇਖਣ ਵੱਲੋਂ ਹਟ ਜਾਂਦੀਆਂ ਨੇ, ਕੰਨ ਸੁਣਨ ਵੱਲੋਂ, ਨਿੰਦਾ ਸੁਣਨ ਵੱਲੋਂ, ਚੁਗਲੀ ਸੁਣਨ ਵੱਲੋਂ ਹਟ ਜਾਂਦੇ ਨੇ, ਉਹ ਅਵਸਥਾ ਬਣ ਗਈ। ਐਸੀ ਗੁਰੂ ਕੇ ਸਿੱਖ ਦੀ ਗੁਰੂ ਸਾਹਿਬ ਨੇ ਉਸ ਨੂੰ ਬਖਸ਼ਿਸ਼ ਕੀਤੀ ਸੀ। ਉਹ 6 ਬਖਸ਼ਿਸ਼ਾਂ ਵਿੱਚੋਂ ਭਗਤ ਭਗਵਾਨ ਗਿਰੀ ਦੀ ਬਖਸ਼ਿਸ਼ ਵਾਲਾ ਪ੍ਰਸੰਗ ਹੈ। ਆਪਾਂ ਅੱਗੇ ਸਰਵਣ ਕਰਾਂਗੇ।